ਸਤਨਾਮ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤਿ ਹੀ। नारायण नरपत नमस्कारੈ, ऐसे गुरु को बल बल जाइए। आप मुकत मोहि तारै, ऊनव ऊनव आया वरसै लाए चढ़ी। नानक भाणै चलै कंत कै, सो माणे सदा रली। जो जानो त्यों राख, हर प्रभ तेरिया। केते गनो असंख, अवगुण मेरिया। सो सतगुर तन तन, जिन परम गढ़ तोड़िया। सो सतगुर वाहो वाहो, जिन हर स्यों जोड़िया। बेसुमार अथाह अगनत तोलै, जो बुलावो त्यो नानक दास बोलै। सतनाम वाहिगुरू साहिब जी। परताप सदा गुर का, घट घट परगास भया जस जन कै। परताप सदा गुर का, घट घट परगास भया जस जन कै। इक पढ़े सुनहे गावहे, प्रभाते करहे स्नान। स्नान करहे प्रभात सुध मन, गुर पूजा विध सहत करं। कंचन तन होए परस पारस को, जोत स्वरूपी ध्यान तरं। जग जीवन जगन्नाथ, जल थल में रहया। पूर बहुविध वर्णन, सतगुर गुर सेव अलख गत जाकी। श्री रामदास तारण तरणं, सतगुर गुर सेव अलख गत जाकी। श्री रामदास तारण तरणं। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज, पतित पावन भगत वत्सल, कृपा निध दया निध करुणा निध सतगुरु
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਆਪਣੀ ਬਖਸ਼ਿਸ਼ ਭਰੀ ਮਿਹਰ ਭਰੀ ਨਦਰ ਕਰਕੇ ਸਾਨੂੰ ਸਭ ਨੂੰ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਜੋ ਸਤਿਗੁਰੂ ਕੀ ਰਹਿਮਤ ਦੇ ਪਾਤਰ ਬਣਦਿਆਂ ਹੋਇਆਂ ਸਤਿਗੁਰੂ ਕੇ ਸ਼ਬਦ ਦੇ ਆਧਾਰ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਸ਼੍ਰੇਸ਼ਟ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਕਿਰਪਾ ਸਦਕਾ ਆਪ ਜੀ ਨਿਰੰਤਰ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਸ਼ਰਵਣ ਕਰਕੇ ਗਿਆਨਾਤਮਕ ਲਾਭ ਪ੍ਰਾਪਤ ਕਰਦੇ ਹੋ ਜੀ। ਪਾਵਨ ਬਾਣੀ ਦੀ ਪਟ ਸਾਹਿਬਾਨਾਂ ਦੀ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਤਾਪ ਸਦਾ ਗੁਰ ਕਾ ਘਟ ਘਟ ਪਰਗਾਸ, ਭਇਆ ਜਸ ਜਨ ਕੈ। ਪਟ ਸਾਹਿਬਾਨ ਗੁਰੂ ਰਾਮਦਾਸ ਸਾਹਿਬ ਜੀ ਦੇ ਅਕਥ ਅਗੋਚਰ ਸਰੂਪ ਦੀ ਸਿਫਤ ਕਥ ਰਹੇ ਹਨ। ਇੱਕ ਨੁਕਤਾ ਆਪ ਦੇ ਸਨਮੁਖ ਅਰਜ਼ ਕਰਦਿਆਂ ਕਿ ਸਾਡੀ ਬੁੱਧ ਦੇ ਵਿੱਚ ਇੰਨੀ ਅਜੇ ਪ੍ਰਵੀਨਤਾ ਨਹੀਂ ਹੈ। ਜਿਵੇਂ ਸਾਨੂੰ ਕਿਸੇ ਆਮ ਸ਼ਖਸ ਦੀ ਬਾਰੇ 10 ਵਾਕ ਕਹਿਣ ਲਈ ਕੋਈ ਕਹਿ ਦੇਵੇ ਨਾ, ਕਿ ਕੋਈ 10 ਵਾਕ ਇਹਦੀ ਸ਼ਖਸੀਅਤ ਬਾਰੇ, ਇਹਦੇ ਗੁਣਾਂ ਬਾਰੇ, ਇਹਦੇ ਚੰਗੇ ਵਿਵਹਾਰ ਬਾਰੇ, ਇਹਦੀ ਬੁੱਧੀ ਬਾਰੇ, ਇਹਦੀ ਸੁੰਦਰਤਾ ਬਾਰੇ ਕਹਿ ਦਿਓ, ਅਤੇ ਸਾਡੇ ਇਨਸਾਨਾਂ ਕੋਲ ਇੰਨੀ ਬੁੱਧੀ ਨਹੀਂ ਕਿ ਅਸੀਂ 1-2 ਤੋਂ ਵੱਧ ਵਾਕ ਕਹਿ ਸਕੀਏ। ਜੇ ਕਹਾਂਗੇ ਵੀ ਤਾਂ ਉਹ ਬਹੁਤ ਹਲਕੇ ਜੇ ਆਮ ਦੇ ਪੱਧਰ ਦੇ ਹੋਣਗੇ। ਇਸ ਕਰਕੇ ਜਦੋਂ ਭੱਟ ਸਾਹਿਬਾਨਾਂ ਦੀ ਬਾਣੀ ਦੀ ਵਿਆਖਿਆ ਸ਼ਰਵਣ ਕਰਨੀ ਹੈ ਤਾਂ ਉਦੋਂ ਘੱਟੋ ਘੱਟ ਜਿਹੜੀ ਮਨੁੱਖ ਦੀ ਆਮ ਮਾਨਸਿਕਤਾ ਹੈ ਉਹਦੇ ਵਿੱਚ ਕਾਵੁਕਤਾ ਦਾ ਗੁਣ ਦੀ ਕੋਈ ਨਾ ਕੋਈ ਭਾਵਨਾ ਜ਼ਰੂਰ ਹੋਣੀ ਚਾਹੀਦੀ ਹੈ। ਕਿ ਜਦੋਂ ਭੱਟ ਸਾਹਿਬਾਨ ਗੁਰੂ ਸਾਹਿਬ ਜੀ ਨੂੰ ਆਖਦੇ ਹਨ, ਜਦੋਂ ਕ੍ਰਿਸ਼ਨ ਸਰੂਪ ਦੇ ਵਿੱਚ ਗੁਰੂ ਸਾਹਿਬ ਜੀ ਦੀ ਸਿਫਤ ਕਰਦੇ ਹਨ, ਤਾਂ ਇਹਦਾ ਭਾਵ ਹੈ ਕਿ ਉਹ ਕ੍ਰਿਸ਼ਨ ਆਖ ਕੇ ਗੁਰੂ ਸਾਹਿਬ ਜੀ ਨੂੰ ਸ੍ਰੀ ਕ੍ਰਿਸ਼ਨ ਨਹੀਂ ਕਹਿ ਰਹੇ। ਅਸਲ ਦੇ ਵਿੱਚ ਜਿਵੇਂ ਉਹਨਾਂ ਦੀ ਲੀਲਾ ਦੀ ਮਹਿਮਾ ਹੈ, ਜਿਵੇਂ ਉਹਨਾਂ ਦੇ ਅਥਾਹ ਕੌਤਕਾਂ ਦਾ ਜ਼ਿਕਰ ਮਿਲਦਾ ਹੈ, ਉਹ ਆਖਦੇ ਹਨ ਕਿ ਓਨੀ ਹੀ ਮਹਿਮਾ, ਓਨੇ ਹੀ ਕੌਤਕਾਂ ਦਾ ਪ੍ਰਭਾਵ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਵੀ ਹੈ। ਇਸੇ ਤਰ੍ਹਾਂ ਭੱਟ ਸਾਹਿਬਾਨ ਜੀ ਗੁਰੂ ਸਾਹਿਬ ਜੀ ਦੀ ਸਿਫਤ ਕਥਦੇ ਹਨ। ਪ੍ਰਤਾਪ ਸਦਾ ਗੁਰ ਕਾ ਘਟ ਘਟ ਪਰਗਾਸ, ਭਇਆ ਜਸ ਜਨ ਕੈ। ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਸਤਿਗੁਰੂ ਜਦ ਧਰਤੀ 'ਤੇ ਆਪਣਾ ਸਰਗੁਣ ਪ੍ਰਕਾਸ਼ ਕਰਦੇ ਹਨ, ਜਿਵੇਂ ਸੂਰਜ ਦੇ ਚੜ੍ਹਨ ਨਾਲ ਸਾਰੀਆਂ ਦਿਸ਼ਾਵਾਂ ਦੇ ਵਿੱਚ ਰੌਸ਼ਨੀ ਹੋ ਜਾਂਦੀ ਹੈ ਅਤੇ ਪਤਾ ਲੱਗ ਜਾਂਦਾ ਸੂਰਜ ਪ੍ਰਗਟਿਤ ਹੋ ਗਿਆ ਹੈ। ਭੱਟ ਸਾਹਿਬਾਨ ਜੀ ਆਖਦੇ ਹਨ ਕਿ ਗੁਰੂ ਕਾ ਪ੍ਰਤਾਪ ਵੀ ਜ਼ਰਰੇ ਜ਼ਰਰੇ ਦੇ ਵਿੱਚ ਹੋਇਆ ਪਿਆ ਹੈ। ਕਣ ਕਣ ਦੇ ਵਿੱਚ ਸਤਿਗੁਰੂ ਸਰੂਪ ਦੀ ਕਿਰਪਾ ਦਾ ਪ੍ਰਕਾਸ਼ ਹੈ। ਪਰ ਜ਼ਿਕਰ ਕਰਦੇ ਹਨ ਪ੍ਰਗਾਸ ਭਇਆ ਜਸ ਜਨ ਕੈ, ਕਿ ਉਂਝ ਤੇ ਕਣ ਕਣ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਪਰਮ ਮੂਰਤ ਦਾ ਪ੍ਰਕਾਸ਼ ਹੈ, ਉਸ ਦੀ ਵਿਆਪਕਤਾ ਹੈ। ਪਰ ਕਹਿੰਦੇ ਅਸਲ ਪ੍ਰਗਾਸ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਭਗਤ ਜਨਾਂ ਦੇ ਹਿਰਦੇ ਅੰਦਰ ਕੀਤਾ ਹੋਇਆ। ਜਿਹੜੇ ਭਗਤ ਜਨ ਉਹਨਾਂ ਨੂੰ ਹਮੇਸ਼ਾ ਅੰਗ ਸੰਗ ਜਾਣਦੇ ਹਨ, ਜਿਹੜੇ ਭਗਤਾਂ ਦੀ ਦ੍ਰਿਸ਼ਟੀ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਧਰਤੀ ਅਤੇ ਆਕਾਸ਼ ਵਿੱਚ ਇੱਕੋ ਜਿਹੇ ਵਿਆਪਕ ਹਨ, ਜਿਹੜੇ ਗੁਰਸਿੱਖ ਜਨ ਪ੍ਰੀਤ ਕਰਕੇ ਸਦਾ ਗੁਰੂ ਸ਼ਬਦ ਦੇ ਆਧਾਰ ਨਾਲ ਜੁੜੇ ਰਹਿੰਦੇ ਹਨ। ਭੱਟ ਸਾਹਿਬਾਨ ਜੀ ਆਖਦੇ ਹਨ ਕਿ ਸਤਿਗੁਰੂ ਕੇ ਪ੍ਰਤਾਪ ਦਾ ਪ੍ਰਕਾਸ਼ ਐਸੇ ਗੁਰਸਿੱਖਾਂ ਦੇ ਹਿਰਦੇ ਅੰਦਰ ਹੋਇਆ ਹੈ, ਜਿਨ੍ਹਾਂ ਨੇ ਸਿਫਤ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਲ ਆਪਣਾ ਹਿਰਦਾ ਜੋੜਿਆ ਹੋਇਆ ਹੈ। ਕਿਉਂਕਿ ਭੱਟ ਸਾਹਿਬਾਨਾਂ ਜੀ ਨੇ ਜ਼ਿਕਰ ਕੀਤਾ ਪ੍ਰਗਾਸ ਭਇਆ ਜਸ ਜਨ ਕੈ, ਕਿ ਹੁਣ ਸਤਿਗੁਰੂ ਜੋ ਹੈ ਸੂਰਜ ਰੂਪ ਹੈ। ਹੁਣ ਜਿਵੇਂ ਸੂਰਜ ਦੀ ਰੌਸ਼ਨੀ ਮੰਨਣੀ ਹੋਵੇ
ਤਾਂ ਕੀ ਹੁੰਦਾ ਕਿ ਆਪਣੇ ਤੋਂ ਅੱਗੇ ਸਾਰੇ ਪਰਦੇ ਹਟਾਉਣੇ ਪੈਂਦੇ ਹਨ। ਇਸੇ ਤਰ੍ਹਾਂ ਭੱਟ ਸਾਹਿਬਾਨ ਜੀ ਆਖਦੇ ਹਨ ਕਿ ਸਤਿਗੁਰੂ ਦੀ ਕਿਰਪਾ ਦਾ, ਸਤਿਗੁਰੂ ਦੇ ਗਿਆਨ ਦਾ, ਸਤਿਗੁਰੂ ਦੀ ਕਰੁਣਾ ਦਾ ਪ੍ਰਕਾਸ਼ ਤਾਂ ਸਾਰੇ ਬ੍ਰਹਿਮੰਡ ਵਿੱਚ ਹੈ, ਪਰ ਜਿਨ੍ਹਾਂ ਨੇ ਗੁਰੂ ਕੀ ਸਿਫਤ ਸਲਾਹ ਦਾ ਮਾਰਗ ਚੁਣਿਆ ਹੈ, ਇਹ ਪ੍ਰਤਾਪ, ਇਹ ਪ੍ਰਕਾਸ਼ ਉਹਨਾਂ ਨੂੰ ਨਸੀਬ ਹੋਇਆ। ਭਾਵ ਕਿ ਸਤਿਗੁਰੂ ਸਰੂਪ ਦੀ ਆਰਾਧਨਾ ਕਰਨ ਦੇ ਨਾਲ ਜਿੰਨਾ ਤੇਜ, ਜਿਵੇਂ ਸੂਰਜ ਦੀ ਰੌਸ਼ਨੀ ਹੇਠ ਬੈਠਦੇ ਹਾਂ ਅਤੇ ਇੰਨੀ ਦੂਰੀ ਦੇ ਬਾਵਜੂਦ ਵੀ ਉਹਦੀ ਤਪਸ਼ ਦੇ ਨਾਲ ਸਾਨੂੰ ਨਿੱਘ ਆ ਜਾਂਦਾ ਹੈ। ਇਸੇ ਤਰ੍ਹਾਂ ਆਖਦੇ ਹਨ ਕਿ ਜਿਨ੍ਹਾਂ ਦੀ ਹਿਰਦਾ, ਜਿਨ੍ਹਾਂ ਦੀ ਜ਼ੁਬਾਨ ਗੁਰੂ ਰਾਮਦਾਸ ਸਾਹਿਬ ਜੀ ਦੀ ਅਕਥ ਸਿਫਤ ਦੇ ਵਿੱਚ ਜੁੜੀ ਹੋਈ ਹੈ, ਉਹ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਉਹਨਾਂ ਦੇ ਪ੍ਰਤਾਪ ਨੂੰ ਮਾਣਦੇ ਹਨ। ਇੱਕ ਪੜ੍ਹੇ ਸੁਣਹਿ ਗਾਵਹਿ ਪ੍ਰਭਾਤਹਿ ਕਰਹਿ ਇਸਨਾਨ। ਅਤੇ ਸਤਿਗੁਰੂ ਨੇ ਆਪਣੇ ਪ੍ਰਤਾਪ ਦਾ ਪ੍ਰਗਟਾਵਾ ਬਾਣੀ ਦੇ ਪ੍ਰਕਾਸ਼ ਦੁਆਰਾ ਕੀਤਾ ਹੋਇਆ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਐਸੇ ਭੱਟ ਸਾਹਿਬਾਨ ਜ਼ਿਕਰ ਕਰਦੇ ਹਨ ਕਿ ਗੁਰੂ ਕੇ ਪ੍ਰਤਾਪ ਨੂੰ ਮਾਨਣ ਦੇ ਲਈ ਇੱਕ ਸ਼ਰਧਾ ਸਹਿਤ ਬਾਣੀ ਪੜ੍ਹਦੇ ਹਨ। ਅੰਮ੍ਰਿਤ ਵੇਲੇ ਗੁਰੂ ਸਰ ਵਿਖੇ ਇਸ਼ਨਾਨ ਕਰਕੇ ਗੁਰੂ ਸ਼ਬਦ ਦੇ ਨਾਲ ਆਪਣੀ ਸੁਰਤ ਜੋੜਦੇ ਹਨ। ਇਸ਼ਨਾਨ ਕਰਹਿ ਪ੍ਰਭਾਤ ਸੁਧ ਮਨ, ਗੁਰ ਪੂਜਾ ਬਿਦ ਸਹਿਤ ਕਰੰ। ਅਤੇ ਜਦੋਂ ਸਤਿਗੁਰੂ ਦੇ ਸਿਫਤ ਰੂਪ ਸਰੋਵਰ ਦੇ ਵਿੱਚ, ਕਿਉਂਕਿ ਪਹਿਲਾਂ ਜ਼ਿਕਰ ਆਇਆ ਸੀ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਅਕਥ ਸਰੂਪ ਦੀ ਸਿਫਤ ਦਾ ਮਾਰਗ ਪਕੜਿਆ, ਫਿਰ ਅੰਮ੍ਰਿਤ ਵੇਲੇ ਉਹਦੀ ਸਾਧਨਾ ਕਰਦੇ ਹਨ, ਤਾਂ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ, ਇਸ਼ਨਾਨ ਕਰਹਿ ਪ੍ਰਭਾਤ ਸੁਧ ਮਨ। ਕਿ ਜਿਵੇਂ ਜਲ ਦੇ ਇਸ਼ਨਾਨ ਦੇ ਨਾਲ ਸ਼ੀਤਲਤਾ ਪ੍ਰਾਪਤ ਹੋ ਜਾਂਦੀ ਹੈ, ਇਵੇਂ ਜਿਨ੍ਹਾਂ ਨੇ ਸਤਿਗੁਰੂ ਦੇ ਅਗੱਥ ਅਗੋਚਰ ਸਰੂਪ ਦੀ ਸਿਫਤ ਸਲਾਹ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ, ਉਹਨਾਂ ਦਾ ਮਨ ਸ਼ੁੱਧ ਹੋ ਗਿਆ ਹੈ। ਮਨ ਸ਼ੁੱਧ ਹੋਣ ਦਾ ਭਾਵ ਕਿ ਉਹ ਜਿਹੜੇ ਮਨ ਦੇ ਅੰਦਰ ਕਈ ਤਰ੍ਹਾਂ ਦੀਆਂ ਲਾਲਸਾਵਾਂ, ਵਾਸਨਾਵਾਂ ਪੈਦਾ ਹੁੰਦੀਆਂ ਹਨ ਅਤੇ ਮਨੁੱਖ ਕਈ ਚੀਜ਼ਾਂ ਦਾ ਮਤਾਹਤ ਰਹਿੰਦਾ ਹੈ। ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਜਿਵੇਂ ਭੱਟ ਸਾਹਿਬਾਨਾਂ ਦੇ ਜੀਵਨ ਦੀ ਗੱਤ ਵਾਚੀਏ ਤਾਂ ਆਮ ਕਰਕੇ ਭੱਟ ਸਾਹਿਬਾਨਾਂ ਦੀ ਦ੍ਰਿਸ਼ਟੀ ਉਹਨਾਂ ਬਾਰੇ ਇਹ ਹੈ ਕਿ ਉਹ ਦੂਜੇ ਦੀ ਸਿਫਤ ਕੱਥ ਕੇ ਆਪਣਾ ਜੀਵਨ ਨਿਰਵਾਹ ਚਲਾਉਂਦੇ ਸਨ। ਪਰ ਇਸ ਵਾਕ ਤੋਂ ਇਹ ਪ੍ਰਭਾਵ ਬਣਦਾ ਹੈ ਕਿ ਭੱਟ ਸਾਹਿਬਾਨ ਜ਼ਿਕਰ ਕਰਦੇ ਹਨ ਕਿ ਜਿਨ੍ਹਾਂ ਨੇ ਸਤਿਗੁਰੂ ਦੀ, ਦੁਨੀਆ ਦੀ ਸਿਫਤ ਕਰਾਂਗੇ, ਦੁਨੀਆ ਵੀ ਅਧੂਰੀ, ਉਹਨਾਂ ਦੀ ਸਿਫਤ ਵੀ ਅਧੂਰੀ ਰਹੇਗੀ ਅਤੇ ਕਥਨ ਵਾਲਾ ਵੀ ਅਧੂਰਾ ਰਹੇਗਾ। ਅਤੇ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ, ਸਤਿਗੁਰੂ ਦੀ ਸਿਫਤ ਸਲਾਹ ਕਰਨ ਦੇ ਨਾਲ ਮਨ ਅੰਦਰ ਇੰਨੀ ਜ਼ਿਆਦਾ ਸ਼ੁੱਧਤਾ, ਇੰਨਾ ਜ਼ਿਆਦਾ ਠਹਿਰਾਓ ਆ ਜਾਂਦਾ ਹੈ ਕਿ ਦੁਨਿਆਵੀ ਕਿਸਮ ਦੀਆਂ ਸਾਰੀਆਂ ਲਾਲਸਾਵਾਂ ਸਮਾਪਤ ਹੋ ਜਾਂਦੀਆਂ ਹਨ। ਜ਼ਿਕਰ ਕਰਦੇ ਹਨ, ਇਸ਼ਨਾਨ ਕਰਹਿ ਪ੍ਰਭਾਤ ਸੁਧ ਮਨ। ਕਿ ਉਹਨਾਂ ਦੇ ਜੀਵਨ ਵਿੱਚ ਜਿਵੇਂ ਦਿਨ ਦੇ ਚੜ੍ਹਨ ਦੇ ਨਾਲ ਚਾਨਣ ਹੁੰਦਾ ਹੈ, ਜਿਹੜੇ ਸਤਿਗੁਰੂ ਕੀ ਸਿਫਤ ਦਾ ਮਾਰਗ ਚੁਣ ਲੈਂਦੇ ਹਨ, ਉਹਨਾਂ ਦੇ ਜੀਵਨ ਵਿੱਚ ਐਸਾ ਪ੍ਰਕਾਸ਼ ਹੋ ਜਾਂਦਾ ਹੈ, ਮਨ ਦੀਆਂ ਸਾਰੀ ਦੁਨਿਆਵੀ ਲਾਲਸਾਵਾਂ ਮਰ ਜਾਂਦੀਆਂ ਹਨ। ਗੁਰ ਪੂਜਾ ਬਿਦ ਸਹਿਤ ਕਰੰ। ਅਤੇ ਫਿਰ ਪੂਰੀ ਵਿਧੀ ਦੇ ਨਾਲ, ਪੂਰੀ ਵਿਧੀ ਦਾ ਭਾਵ ਕੀ ਹੈ ਕਿ ਆਪਣੇ ਮਨ ਦੇ ਅੰਦਰੋਂ ਹੁਣ ਦੋ ਢੰਗਾਂ ਦੇ ਨਾਲ ਭਗਤੀ ਹੁੰਦੀ ਹੈ। ਇੱਕ ਹੁੰਦੀ ਹੈ ਕਾਮਨਾ ਅਰਥ ਭਗਤੀ। ਕਾਮਨਾ ਅਰਥ ਭਗਤੀ ਦਾ ਭਾਵ ਇਹ ਹੈ ਕਿ ਆਪਣੇ ਹਿਰਦੇ ਅੰਦਰ ਕੋਈ ਸਵਾਰਥ ਹੈ, ਉਹਨੂੰ ਸਿੱਧ ਕਰਨ ਦੇ ਲਈ ਧਾਰਮਿਕ ਕਰਮ ਦਾ ਸਹਾਰਾ ਲਿਆ ਜਾ ਰਿਹਾ ਹੈ। ਪਰ ਭੱਟ ਸਾਹਿਬਾਨ ਜੀ ਆਖਦੇ ਹਨ, ਗੁਰ ਪੂਜਾ ਬਿਦ ਸਹਿਤ ਕਰੰ। ਕਿ ਫਿਰ ਗੁਰੂ ਦੀ ਪੂਜਾ ਨੂੰ ਉਹ ਬੜੀ ਵਿਧੀ ਵਿਧਾਨ ਸਹਿਤ ਕਰਦੇ ਹਨ। ਭਾਵ ਕਿ ਮਨ ਅੰਦਰ ਕੋਈ ਲਾਲਸਾ ਨਹੀਂ ਰੱਖਦੇ, ਮੁਕਤੀ ਦੀ ਚਾਹ ਨਹੀਂ ਰੱਖਦੇ, ਸਭ ਤਰ੍ਹਾਂ ਦੀਆਂ ਕਾਮਨਾਵਾਂ ਤੋਂ ਮੁਕਤ ਹੋ ਕੇ ਕੇਵਲ ਸਤਿਗੁਰੂ ਦੀ ਪ੍ਰੀਤ ਵਿੱਚ ਗੁੜ ਕੇ ਸਤਿਗੁਰੂ ਦੀ ਸਿਫਤ ਕੱਥਦੇ ਹਨ। ਕੰਚਨ ਤਨ ਹੋਏ ਪਰਸ ਪਾਰਸ ਕੋ, ਜੋਤ ਸਰੂਪੀ ਧਿਆਨ ਤਰੰ। ਅਤੇ ਸਤਿਗੁਰੂ ਦੀ ਯਾਦ ਦੇ ਵਿੱਚ ਜੁੜਨ ਦੇ ਨਾਲ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਪਰਸ ਪਾਰਸ ਕੋ। ਕਿ ਜਿਵੇਂ ਪਾਰਸ ਦੀ ਸੋਹ ਨਾਲ ਲੋਹਾ ਕੰਚਨ ਹੋ ਜਾਂਦਾ। ਇਸ ਕਰਕੇ ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਅਕਥ ਅਗੋਚਰ ਸਰੂਪ ਦੀ ਕਹਿੰਦੇ ਸਿਫਤ ਸਮਾ ਗਈ, ਉਹ ਕੰਚਨ ਵਰਗੇ ਹੋ ਜਾਂਦੇ ਹਨ। ਹੁਣ ਕੰਚਨ ਵਰਗੇ ਹੋਣ ਦਾ ਭਾਵ ਕੀ ਹੈ? ਇਹ ਤਾਂ ਸਾਨੂੰ ਪ੍ਰਤੱਖ ਸਮਝ ਆਉਂਦਾ ਹੈ ਕਿ ਜਿਹੜਾ ਆਮ ਕਰਕੇ ਅਸੀਂ ਜਿਹਨੂੰ ਸੋਨਾ ਧਾਤ ਵਜੋਂ ਦੇਖਦੇ ਹਾਂ,
ਉਹ ਬੜੀ ਕੀਮਤੀ ਹੁੰਦੀ ਹੈ। ਪਰ ਜਦੋਂ ਭੱਟ ਸਾਹਿਬਾਨ ਆਖਦੇ ਹਨ ਕਿ ਗੁਰੂ ਕੀ ਯਾਦ ਦੇ ਵਿੱਚ ਹਿਰਦਾ ਜੋੜਨ ਦੇ ਨਾਲ ਮਨੁੱਖ ਕੰਚਨ ਵਰਗਾ ਹੋ ਜਾਂਦਾ, ਤਾਂ ਇਹਦਾ ਭਾਵ ਇਹ ਹੈ ਕਿ ਮਨੁੱਖ ਦੇ ਅੰਦਰਲਾ ਸੰਸਾਰ, ਉਹਦੇ ਅੰਦਰ ਇੰਨਾ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਕਿ ਉਹ ਦੂਜਿਆਂ ਦੇ ਜੀਵਨ ਦੇ ਲਈ ਵੀ ਗਿਆਨ ਦਾ ਸੋਮਾ ਬਣ ਜਾਂਦਾ ਹੈ। ਉਹਦੇ ਜੀਵਨ ਅੰਦਰ ਧਰਮ ਦੇ, ਜਿਵੇਂ ਸੋਨੇ ਨੂੰ ਥੋੜ੍ਹੀ ਜਿਹੀ ਮਾਤਰਾ ਵੀ ਕੋਈ ਗ੍ਰਹਿਣ ਕਰ ਲਵੇ, ਅੰਗੂਠੀ ਆਦਿਕ ਵੀ ਪਾ ਲਵੇ, ਅਤੇ ਉਹਦੀ ਸ਼ੋਭਾ ਵੱਧ ਜਾਂਦੀ ਹੈ। ਇਸੇ ਤਰ੍ਹਾਂ ਆਖਦੇ ਹਨ, ਜਿਨ੍ਹਾਂ ਦਾ ਹਿਰਦਾ ਗੁਰੂ ਰਾਮਦਾਸ ਸਾਹਿਬ ਜੀ ਦੀ ਸਿਫਤ ਸਲਾਹ ਨਾਲ ਜੁੜ ਗਿਆ ਹੈ, ਉਹ ਪਾਰਸ ਗੁਰੂ ਨੂੰ ਪਰਸ ਕੇ ਕੰਚਨ ਵਰਗੇ ਹੋ ਗਏ ਹਨ। ਭਾਵ ਕਿ ਉਹਨਾਂ ਦੇ ਅੰਦਰ ਮਨ ਨੂੰ ਲੈ ਕੇ, ਮਾਇਆ ਨੂੰ ਲੈ ਕੇ, ਬ੍ਰਹਮ ਨੂੰ ਲੈ ਕੇ, ਸੰਸਾਰ ਦੇ ਪੱਖ ਵਿੱਚ ਇੰਨਾ ਜ਼ਿਆਦਾ ਗਿਆਨ ਦਾ ਥਾਹ ਪ੍ਰਕਾਸ਼ ਹੋ ਜਾਂਦਾ ਹੈ ਕਿ ਉਹਨਾਂ ਦੀ ਸੰਗਤ ਵਿੱਚ ਆਉਣ ਵਾਲੇ ਕਿਸੇ ਦਾ ਵੀ ਜਿਹੜਾ ਮਨ ਦੇ ਭਰਮ, ਸੰਸਾਰ ਦੇ ਸਾਰੇ ਭਰਮ ਨਿਵਰਤ ਹੋ ਜਾਂਦੇ ਹਨ। ਫਿਰ ਐਸੇ ਗੁਰਸਿੱਖਾਂ ਦੇ ਅੰਦਰ ਧਰਮ ਦੇ ਇੰਨੇ ਸ਼ੁਭ ਗੁਣ ਭਰਪੂਰ ਹੋ ਜਾਂਦੇ ਹਨ ਕਿ ਜਿਨ੍ਹਾਂ ਗੁਣਾਂ ਦੀ ਪ੍ਰਾਪਤੀ ਸੰਸਾਰੀ ਲੋਕ ਯਤਨ ਕਰਨ ਦੇ ਬਾਵਜੂਦ ਵੀ ਨਹੀਂ ਕਰ ਸਕਦੇ। ਜੇ ਐਸੇ ਗੁਰਸਿੱਖਾਂ ਦੀ ਸੁਹਬਤ ਪ੍ਰਾਪਤ ਹੋ ਜਾਵੇ ਤਾਂ ਉਹਨਾਂ ਸ਼ੁਭ ਗੁਣਾਂ ਦਾ ਰੰਗ ਵੀ ਦੂਜਿਆਂ ਦੇ ਜੀਵਨ ਨੂੰ ਲਾ ਲੈਂਦੇ ਹਨ। ਇਸ ਕਰਕੇ ਭੱਟ ਸਾਹਿਬਾਨ ਜੀ ਆਖਦੇ ਹਨ ਕਿ ਤਾਂ ਕਰਕੇ ਗੁਰਸਿੱਖਾਂ ਦਾ ਜੀਵਨ ਗੁਰੂ ਰਾਮਦਾਸ ਸਾਹਿਬ ਜੀ ਦੀ ਸਿਫਤ ਵਿੱਚ ਜੁੜਨ ਕਰਕੇ ਕੰਚਨ ਵਰਗਾ ਹੋ ਜਾਂਦਾ ਹੈ। ਜੋਤ ਸਰੂਪੀ ਧਿਆਨ ਧਰੰ। ਅਤੇ ਫਿਰ ਆਖਦੇ ਹਨ, ਇਹ ਨਹੀਂ ਕਿ ਜੇ ਗੁਰੂ ਰਾਮਦਾਸ ਸਾਹਿਬ ਜੀ ਦੀ ਸਿਫਤ ਕਰ ਰਹੇ ਹਨ ਕਿਤੇ ਉਹ ਉਹਨਾਂ ਤੋਂ ਵੱਖਰੇ ਹਨ। ਕਹਿੰਦੇ ਸਿਫਤ ਕਰ ਕਰਕੇ ਆਪਣੇ ਜੋਤ ਸਰੂਪ ਦਾ, ਹੁਣ ਜੋਤ ਸਰੂਪ ਦੇ ਧਿਆਨ ਧਰਨ ਦਾ ਮਤਲਬ ਹੈ ਕਿ ਜਦੋਂ ਤੱਕ ਸਾਡੇ ਅੰਦਰ ਪ੍ਰੀਤ ਨਹੀਂ ਬਣਦੀ, ਉਤਨਾ ਚਿਰ ਅਸੀਂ ਸਤਿਗੁਰੂ ਨੂੰ ਆਪਣੇ ਜੀਵਨ ਦਾ ਸੰਪੂਰਨ ਸਿਰਜਣਹਾਰ ਨਾ ਤਾਂ ਜਾਣ ਸਕਦੇ ਹਾਂ, ਨਾ ਤਾਂ ਸਾਡੇ ਅਹਿਸਾਸ ਵਿੱਚ ਐਸਾ ਕੋਈ ਅਨੁਭਵ ਆਵੇਗਾ। ਜੋਤ ਸਰੂਪ ਦਾ ਧਿਆਨ ਧਰਨ ਦਾ ਭਾਵ ਇਹ ਹੈ ਕਿ ਜੋ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਸਰਗੁਣ ਰੂਪ ਕਰਕੇ ਸਨਮੁਖ ਪ੍ਰਕਾਸ਼ਮਾਨ ਹਨ, ਗੁਰਿਆਈ ਸਿੰਘਾਸਣ 'ਤੇ ਵਿਦਮਾਨ ਹਨ, ਅਤੇ ਸਾਡੇ ਅੰਦਰ ਜਿਹੜੀ ਜੀਵਨ ਦੀ ਜੋਤੀ ਜਲ ਰਹੀ ਹੈ, ਸਮਝਣਾ ਕਿ ਇਹ ਸਾਰੀ ਗੁਰੂ ਰਾਮਦਾਸ ਸਾਹਿਬ ਜੀ ਤੋਂ ਪੈਦਾ ਹੋਈ ਹੈ। ਅਤੇ ਸਾਡੇ ਅੰਦਰ ਆਪਣੀ ਜੋਤ ਸਰੂਪ ਟਿਕਾ ਕੇ ਸਤਿਗੁਰੂ ਨੇ ਆਪਣੇ ਧਿਆਨ ਧਰਨ ਦਾ ਸਾਨੂੰ ਅਵਸਰ ਬਖਸ਼ਿਆ ਹੈ। ਜਗ ਜੀਵਨ ਜੰਗਨਾਥ ਜਲ ਥਲ ਮੈਂ ਰਹਿਆ ਪੂਰ ਬਹੁ ਬਿਦ ਵਰਣੰ। ਤਾਂ ਫਿਰ ਭੱਟ ਸਾਹਿਬਾਨ ਜੀ ਆਖਦੇ ਹਨ ਕਿ ਜਿਨ੍ਹਾਂ ਦੀ ਸੁਰਤ ਗੁਰੂ ਦੇ ਜੋਤ ਸਰੂਪ ਦੇ ਧਿਆਨ ਨਾਲ ਜੁੜ ਜਾਂਦੀ ਹੈ, ਫਿਰ ਜਗ ਜੀਵਨ, ਉਹ ਸਾਰੇ ਜੀਵਨ ਦਾ ਦਾਤਾ ਗੁਰੂ ਨੂੰ ਜਾਣਦੇ ਹਨ। ਜੰਗਨਾਥ, ਸਾਰੇ ਸੰਸਾਰ ਦਾ ਮਾਲਕ, ਸਾਰੇ ਬ੍ਰਹਿਮੰਡ ਦਾ ਕਰਤਾ ਗੁਰੂ ਨੂੰ ਜਾਣਦੇ ਹਨ। ਜਲ ਥਲ ਮੈਂ ਰਹਿਆ, ਧਰਤੀ ਆਕਾਸ਼ ਮਾਤਲੋਕ, ਆਕਾਸ਼ ਦੇ ਲੋਕ ਦੇ ਵਿੱਚ ਗੁਰੂ ਦੀ ਹੀ ਹਸਤੀ ਨੂੰ ਦੇਖਦੇ ਹਨ ਅਤੇ ਆਖਦੇ ਹਨ ਪੂਰ ਰਹਿਆ ਬਹੁ ਬਿਦ ਵਰਣੰ। ਅਤੇ ਬੜੇ ਰੰਗਾਂ ਕਰਕੇ ਮਾਲਕ ਵਿਆਪਤ ਹੈ। ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ, ਸ਼੍ਰੀ ਰਾਮਦਾਸ ਤਾਰਨ ਤਰਣੰ। ਹੁਣ ਭੱਟ ਸਾਹਿਬਾਨ ਜੀ ਪਹਿਲਾਂ ਉਹਨਾਂ ਦੇ ਸਵਈਆਂ ਦੇ ਵਿੱਚ ਗੱਲ ਬੜੀ ਕਮਾਲ ਦੀ ਦੇਖਣ ਵਾਲੀ ਹੈ ਕਿ ਪਹਿਲਾਂ ਬੜੇ ਬਾਰੀਕ ਢੰਗ ਦੇ ਨਾਲ ਸਿਫਤ ਕੱਥਦੇ ਹਨ ਅਤੇ ਬਾਅਦ ਦੇ ਵਿੱਚ ਗੁਰੂ ਸ਼ਰਨ ਪੈਣ ਦਾ ਜਾਂ ਗੁਰੂ ਕੇ ਕਿਰਪਾ ਸਰੂਪ ਦਾ ਜ਼ਿਕਰ ਕਰਕੇ ਅਕਥ ਦੀ ਭਾਵਨਾ ਦੇ ਵਿੱਚ ਨਿਰਉੱਤਰ ਹੋ ਜਾਂਦੇ ਹਨ। ਜਿਵੇਂ ਆਰੰਭ ਵਿੱਚ ਜ਼ਿਕਰ ਕੀਤਾ ਕਿ ਗੁਰੂ ਦੇ ਸਰੂਪ ਨੂੰ ਧਿਆਨ ਧਰਨ ਵਾਲੇ ਸ਼ਬਦ ਦੀ ਸਾਧਨਾ ਕਰਦੇ ਹਨ, ਆਪਣਾ ਮਨ ਸ਼ੁੱਧ ਕਰਕੇ ਪ੍ਰੀਤ ਦੇ ਨੁਕਤੇ ਤੋਂ ਗੁਰੂ ਨਾਲ ਜੁੜ ਜਾਂਦੇ ਹਨ। ਫਿਰ ਸਾਰੀ ਕਾਇਨਾਤ ਦੇ ਵਿੱਚ ਉਹਨਾਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਦਾ ਰਮਿਆ ਹੋਇਆ ਸਰੂਪ ਨਜ਼ਰ ਆਉਂਦਾ। ਇਸ ਕਰਕੇ ਫਿਰ ਅੰਤ ਵਿੱਚ ਜ਼ਿਕਰ ਕਰਦੇ ਹਨ, ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ, ਕਿ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਜਿਨ੍ਹਾਂ ਦੀ ਗਤੀ ਨਹੀਂ ਕੱਥੀ ਜਾ ਸਕਦੀ, ਭਾਵ ਕਿ ਜਿਨ੍ਹਾਂ ਦੇ ਜੀਵਨ ਦਾ, ਜਿਨ੍ਹਾਂ ਦੇ ਕੌਤਕਾਂ ਦਾ, ਜਿਨ੍ਹਾਂ ਦੇ ਪਰਮ ਸਰੂਪ ਦਾ ਵਰਣਨ ਨਹੀਂ ਹੋ ਸਕਦਾ, ਆਖਦੇ ਹਨ ਉਹਨਾਂ ਦੀ ਸੇਵ ਦੇ ਵਿੱਚ ਜੁੜੋ, ਉਹਨਾਂ ਦੇ ਸ਼ਬਦ ਦੇ ਨਾਲ ਆਪਣੀ ਸੁਰਤ ਨੂੰ ਜੋੜੋ, ਕਿਉਂਕਿ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤਾਰਨ ਤਰਨ ਹਨ। ਜਿਨਹੁ ਬਾਤ ਨਿਸ਼ਚਲ ਧਰੂ ਜਾਨੀ, ਤੇਈ ਜੀਵ ਕਾਲ ਤੇ ਬਚਾ। ਹੁਣ ਭੱਟ ਸਾਹਿਬਾਨ ਜੀ ਨੇ ਪਹਿਲਾਂ ਗੁਰਸਿੱਖਾਂ, ਜਿਹੜੇ ਗੁਰਸਿੱਖ
ਪ੍ਰੀਤ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨਾਲ ਜੁੜ ਕੇ ਸਾਧਨਾ ਕਰਕੇ ਗੁਰੂ ਸਰੂਪ ਨੂੰ ਪਾ ਲੈਂਦੇ ਹਨ। ਉਹਨਾਂ ਦਾ ਜ਼ਿਕਰ ਕੀਤਾ ਸੀ, ਪਰ ਹੁਣ ਆਖਦੇ ਹਨ ਕਿ ਸਤਿਗੁਰੂ ਸਰੂਪ ਦੇ ਧਿਆਨ ਦੀ ਪ੍ਰਾਪਤੀ ਤਾਂ ਹੋਵੇਗੀ ਜੇ ਇਸ ਤਰ੍ਹਾਂ ਦੀ ਸਾਧਨਾ ਕੀਤੀ ਜਾਵੇ। ਤੇ ਉਹ ਰਹਿਮਤ ਕਿਵੇਂ ਆਖਦੇ ਹਨ, ਜਿਨਹੁ ਬਾਤ ਨਿਸ਼ਚਲ ਧਰੂ ਜਾਨੀ। ਸਤਿਗੁਰੂ ਨੂੰ ਪਰਮ ਮੁਕਤੀ ਦਾਤਾ ਕਹਿ ਦੇਣਾ ਜਾਂ ਪਰਮ ਮੁਕਤੀ ਦਾਤਾ ਹੋਣ ਬਾਰੇ ਸੁਣਨ ਦੇ ਨਾਲ ਮਨ 'ਚ ਨਿਸ਼ਚਾ ਨਹੀਂ ਹੋ ਜਾਂਦਾ। ਨਿਸ਼ਚਾ ਉਹਨਾਂ ਦੇ ਮਨ ਅੰਦਰ ਹੀ ਵੱਜਦਾ ਹੈ ਜਿਹੜੇ ਸਤਿਗੁਰੂ ਦੇ ਸ਼ਬਦ ਨਾਲ ਜੁੜਦੇ ਹਨ। ਕਿਉਂਕਿ ਜਦੋਂ ਸ਼ਬਦ ਨਾਲ ਜੁੜਾਂਗੇ, ਜਿਉਂ-ਜਿਉਂ ਸ਼ਬਦ ਦੀ ਸਾਧਨਾ ਸਾਡੇ ਜੀਵਨ ਦੇ ਵਿੱਚ ਵੱਧਦੀ ਜਾਏਗੀ, ਉਵੇਂ-ਉਵੇਂ ਸਾਨੂੰ ਪਤਾ ਲੱਗੇਗਾ ਕਿ ਸਤਿਗੁਰੂ ਦਾ ਸ਼ਬਦ ਅੰਮ੍ਰਿਤ ਰੂਪ ਕਿਵੇਂ ਹੈ, ਕਿ ਮਨ ਦੇ ਅੰਦਰੋਂ ਵਾਸਨਾ ਮੁੱਕਦੀ ਜਾ ਰਹੀ ਹੈ, ਤ੍ਰਿਸ਼ਨਾ ਦੀ ਅਗਨ ਸ਼ਾਂਤ ਹੁੰਦੀ ਜਾ ਰਹੀ ਹੈ, ਮਨ ਠਹਿਰਾਓ ਵਿੱਚ ਆਉਂਦਾ ਜਾ ਰਿਹਾ ਹੈ। ਇਸ ਕਰਕੇ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਜਿਨਹੁ ਬਾਤ ਨਿਸ਼ਚਲ ਧਰੂ ਜਾਨੀ। ਜਿਵੇਂ ਧਰੂ ਭਗਤ ਵਰਗੇ, ਜਿਨ੍ਹਾਂ ਨੂੰ ਇੱਕ ਵਾਰੀ ਨਿਸ਼ਚਾ ਹੋ ਗਿਆ ਕਿ ਜੇ ਪਰਮੇਸ਼ਰ ਦੀ ਬੰਦਗੀ ਕਰੋਗੇ, ਐਸਾ ਅਟੱਲ ਰਾਜ ਮਿਲੇਗਾ ਕਿ ਮੁੜ ਕੇ ਤੁਹਾਡੇ ਰਾਜ ਨੂੰ ਕੋਈ ਖੋਹ ਨਹੀਂ ਸਕੇਗਾ। ਅਤੇ ਕਹਿੰਦੇ ਉਹਨਾਂ ਨੇ ਨਾਰਦ ਜੀ ਦੇ ਉਪਦੇਸ਼ ਦੇ ਉੱਪਰ ਬਿਲਕੁਲ ਅਮਲ ਕਰ ਲਿਆ ਅਤੇ ਸਭ ਤਰ੍ਹਾਂ ਦੇ ਡਰ, ਤੌਖਲੇ, ਚਿੰਤਾਵਾਂ ਛੱਡ ਕੇ ਜੰਗਲ ਦੇ ਵਿੱਚ ਤਪੱਸਿਆ ਕਰਨ ਗਏ ਸਨ। ਫਿਰ ਐਸਾ ਅਮਰ ਅਬਿਨਾਸ਼ੀ ਪਦ ਪ੍ਰਾਪਤ ਹੋਇਆ ਕਿ ਅੱਜ ਵੀ ਆਕਾਸ਼ ਦੇ ਵਿੱਚ ਇੱਕ ਤਾਰੇ ਦੀ ਗਿਣਤੀ ਧਰੂ ਤਾਰੇ ਕਰਕੇ ਗਿਣੀ ਜਾਂਦੀ ਹੈ ਅਤੇ ਕਿਹਾ ਜਾਂਦਾ ਕਿ ਬਾਕੀ ਸਾਰੇ ਤਾਰਿਆਂ ਦਾ ਥਾਂ ਬਦਲਦਾ ਰਹਿੰਦਾ ਹੈ, ਪਰ ਧਰੂ ਤਾਰੇ ਦਾ ਥਾਂ ਨਹੀਂ ਬਦਲਦਾ। ਇਸ ਕਰਕੇ ਭੱਟ ਸਾਹਿਬਾਨ ਦੀ ਜ਼ਿਕਰ ਕਰਦੇ ਹਨ ਕਿ ਜਿਨ੍ਹਾਂ ਨੇ ਆਪਣੇ ਹਿਰਦੇ ਦੀ ਭਾਵਨਾ, ਜਿਨ੍ਹਾਂ ਨੇ ਸਤਿਗੁਰੂ ਕੀ ਸ਼ਰਨ ਨੂੰ ਨਿਸ਼ਚੇ ਕਰਕੇ ਸੇਵਿਆ, ਮੰਨਿਆ ਅਤੇ ਆਪਣੇ ਜੀਵਨ 'ਚ ਉਹਦੀ ਕਿਰਪਾ ਨੂੰ ਗ੍ਰਹਿਣ ਕੀਤਾ ਹੈ, ਭੱਟ ਸਾਹਿਬਾਨ ਜੀ ਆਖਦੇ ਹਨ, 23 ਜੀਵ ਕਾਲ 'ਤੇ ਬਚਾ। ਉਹਨਾਂ ਹੀ ਸਾਰੇ ਜੀਵਾਂ ਦੀ ਕਾਲ ਤੋਂ, ਕਾਲ ਦਾ ਭਾਵ ਮੌਤ, ਦੁੱਖ, ਭੁੱਖ, ਵਿਕਾਰ, ਅਗਿਆਨ ਤੋਂ ਮੁਕਤੀ ਹੋਈ ਹੈ। ਤਿਨ ਤਰਿਓ ਸਮੁੰਦਰ ਰੁਦਰ ਇੱਕ ਖਿਨ ਮੈਂ, ਜਲ ਹਰ ਬਿੰਬ ਜੁਗਤ ਜਗ ਰਚਾ। ਅਤੇ ਜਿਹੜਾ ਸੰਸਾਰ ਸਮੁੰਦਰ, ਜਿਹਦੇ ਵਿੱਚ ਵਾਸਨਾ ਵਿਕਾਰਾਂ ਦੀਆਂ ਇੰਨੀਆਂ ਲਹਿਰਾਂ ਹਨ ਕਿ ਕਈ ਵਾਰੀ ਮਨੁੱਖ ਭਰਮਦਾ ਰਹਿੰਦਾ ਹੈ, ਕਹਿੰਦੇ ਗੁਰੂ ਸਰੂਪ ਦੇ ਨਿਸ਼ਚਾ ਧਾਰਨ ਕਰਨ ਦੇ ਨਾਲ ਸੰਸਾਰ ਸਮੁੰਦਰ ਨੂੰ ਇੱਕ ਖਿਣ ਵਿੱਚ ਤਰ ਜਾਂਦੇ ਹਨ ਅਤੇ ਉਹਨਾਂ ਦੇ ਅੰਦਰ ਗਿਆਨ ਦਾ ਐਸਾ ਪ੍ਰਕਾਸ਼ ਹੁੰਦਾ ਹੈ ਕਿ ਇਸ ਸਾਰੇ ਜਗਤ ਨੂੰ ਜਲ ਹਰ ਬਿੰਬ, ਕਿ ਜਿਵੇਂ ਜਲ ਹਰ ਭਾਵ ਕਿ ਜਲ ਦੇ ਉੱਪਰ ਬੁਲਬੁਲਾ ਬਣਦਾ ਹੈ, ਇਵੇਂ ਉਹ ਜਗਤ ਦੀ ਹਸਤੀ ਨੂੰ ਨਾਸ਼ਵਾਨ ਜਾਣਦੇ ਹਨ। ਕੁੰਡਲਨੀ ਸੁਰਜੀ ਸਤ ਸੰਗਤ, ਪਰਮਾਨੰਦ ਗੁਰੂ ਮੁਖ ਮਚਾ। ਹੁਣ ਸਾਨੂੰ ਕਿਸੇ ਨੇ ਕੋਈ ਕਵੇ ਕਿ ਸਾਡਾ ਸਰੂਪ ਅਮਰ ਹੈ, ਪਰ ਅਸੀਂ ਆਖਾਂਗੇ ਅਸੀਂ ਤਾਂ ਮਰਨ ਵਾਲੇ ਹਾਂ, ਕਿਉਂਕਿ ਮਰਨ ਕਾਲ ਚੱਕਰ ਦੇ ਅਧੀਨ ਹਾਂ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਜੜ ਅਤੇ ਚੇਤਨ ਦੇ ਵਿੱਚ ਫਸੀ ਹੋਈ ਜਿਹੜੀ ਮਾਨਸਿਕਤਾ ਹੈ ਕਿ ਬੰਦਾ ਆਪਣੇ ਆਪ ਨੂੰ ਕੇਵਲ ਦੇਹ ਸਮਝਦਾ ਹੈ ਜਾਂ ਮਨ ਸਮਝਦਾ ਹੈ ਜਾਂ ਇਹ ਸਮਝਦਾ ਹੈ ਕਿ ਮੈਂ ਮੌਤ ਦੇ ਅਧੀਨ ਚੱਲ ਰਿਹਾ ਹਾਂ, ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਜਿਨ੍ਹਾਂ ਨੇ ਗੁਰੂ ਕੀ ਸਤ ਸੰਗਤ ਰੂਪ ਦੇ ਵਿੱਚ ਜੁੜ ਬੈਠ ਕੇ ਪਰਮਾਨੰਦ ਭਾਵ ਜੋ ਪਰਮ ਆਨੰਦ ਦਾ ਦੇਣ ਵਾਲਾ ਪਰਮੇਸ਼ਰ ਹੈ, ਉਸ ਦੇ ਸਨਮੁਖ ਮੁਖ ਕਰਕੇ ਸ਼ਬਦ ਦੇ ਨਾਲ ਆਪਣਾ ਚਿੱਤ ਜੋੜਿਆ, ਜ਼ਿਕਰ ਕਰਦੇ ਹਨ ਕੁੰਡਲਨੀ ਸੁਰਜੀ ਸਤ ਸੰਗਤ, ਕਿ ਉਹਨਾਂ ਦੀ ਕੁੰਡਲਨੀ ਖੁੱਲ੍ਹ ਜਾਂਦੀ ਹੈ। ਹੱਠ ਯੋਗ ਵਾਲੇ ਕੁੰਡਲਨੀ ਨੂੰ ਇੱਕ ਨਾੜੀ ਮੰਨਦੇ ਹਨ ਕਿ ਜਿਹੜੀ ਕਈ ਚੱਕਰ ਮਾਰ ਕੇ ਮੂਧੀ ਸੁੱਤੀ ਪਈ ਹੈ, ਅਤੇ ਜਿੰਨਾ ਚਿਰ ਤੱਕ ਉਹ ਨਹੀਂ ਖੁੱਲ੍ਹਦੀ ਉਹਨਾਂ ਚਿਰ ਤੱਕ ਬੰਦੇ ਦੇ ਮਨ ਦੇ ਫੁਰਨੇ ਨਹੀਂ ਖਤਮ ਹੁੰਦੇ, ਸੰਸਾਰਿਕ ਜੀਵਨ ਦੀ ਤਰਫੋਂ ਜਿਹੜਾ ਹੈ ਮੋਹ ਨਹੀਂ ਖਤਮ ਹੁੰਦਾ, ਅਤੇ ਨਾ ਹੀ ਉਹਨੂੰ ਆਪਣੇ ਅਮਰ ਸਰੂਪ ਦਾ ਗਿਆਨ ਹੁੰਦਾ ਹੈ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਸਤਿਗੁਰੂ ਸਾਹਿਬ ਜੀ ਦੀ ਸਤ ਸੰਗਤ ਵਿੱਚ ਬੈਠਣ ਦੇ ਨਾਲ ਐਸੀ ਜਿਹੜੀ ਕੁੰਡਲਨੀ ਭਾਵ ਕਿ ਸੂਰਜ ਦੀ ਹੈ ਉਹ ਪ੍ਰਕਾਸ਼ਿਤ ਹੋ ਜਾਂਦੀ ਹੈ, ਖੁੱਲ੍ਹ ਜਾਂਦੀ ਹੈ ਕਿ ਮਨ ਦਾ ਕੋਈ ਫੁਰਨਾ ਬਾਕੀ ਰਹਿੰਦਾ ਨਹੀਂ। ਇੰਨਾ ਜ਼ਿਆਦਾ ਸੰਤੋਖ ਦਾ ਧਨ ਮਿਲ ਜਾਂਦਾ ਹੈ ਕਿ ਕਿਸੇ ਤਰ੍ਹਾਂ ਦੀ ਭਟਕਣ ਨਹੀਂ ਬਣਦੀ, ਅਤੇ ਗਿਆਨ ਦਾ ਇੰਨਾ ਪ੍ਰਕਾਸ਼ ਹੋ ਜਾਂਦਾ ਕਿ ਬੰਦਾ ਆਪਣੇ ਜੋਤ ਸਰੂਪ ਨੂੰ ਜਾਣ ਲੈਂਦਾ ਹੈ। ਐਸੀ ਗੁਰੂ ਸਤ ਸੰਗਤ ਦੀ ਕਿਰਪਾ ਹੈ। ਸ੍ਰੀ ਗੁਰੂ ਸਾਹਿਬ ਸਭ ਉਪਰ, ਮਨ ਬਚ ਕਰਮ ਸੇਵੀਐ ਸੱਚਾ। ਇਸ ਕਰਕੇ ਭੱਟ ਸਾਹਿਬ ਜੀ ਫਰਮਾਉਂਦੇ ਹਨ, ਸ੍ਰੀ ਗੁਰੂ ਸਾਹਿਬ ਸਭ ਉਪਰ,
ਕਿ ਸਗਲ ਜਗਤ ਦੇ ਰਚਨਹਾਰ ਗੁਰੂ ਰਾਮਦਾਸ ਸਾਹਿਬ ਜੀ ਸਾਰਿਆਂ ਤੋਂ ਸ਼੍ਰੋਮਣੀ ਹਨ। ਮਨ ਤੇ ਬਚਨ ਤੇ ਕਰਮ ਕਰਕੇ ਸਦਾ ਐਸੇ ਸਤਿਗੁਰੂ ਦੀ ਸੇਵ ਵਿੱਚ ਜੁੜੇ ਰਹੋ। ਵਾਹਿਗੁਰੂ 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 ਵਾਹਿ ਜੀਓ। ਹੁਣ ਇਸ ਤੋਂ ਅਗਲੇ ਜਿਤਨੇ ਸਵਈਏ ਆਉਣੇ ਹਨ, ਭਾਵ ਕਿ ਇਸ ਤੋਂ ਅੱਗੇ 3-4 ਸਵਈਆਂ ਤੱਕ ਭੱਟ ਸਾਹਿਬਾਨਾਂ ਨੇ ਗੁਰੂ ਸਰੂਪ ਦੀ ਸਿਫਤ ਨੂੰ ਵਾਹਿਗੁਰੂ ਸ਼ਬਦ ਦੇ ਮਾਧਿਅਮ ਨਾਲ ਕਿਹਾ ਹੈ। ਕਿਉਂਕਿ ਇੱਕ ਜਗਿਆਸੂ ਦੀ ਅਵਸਥਾ ਹੁੰਦੀ ਹੈ ਕਿ ਜਿਵੇਂ ਆਪ ਜੀ ਕਈ ਕਾਵਿ ਦੇ ਗ੍ਰੰਥ ਪੜ੍ਹੋ ਤਾਂ ਉਹਨਾਂ ਦੇ ਵਿੱਚ ਜਦੋਂ ਉਸ ਨੂੰ ਪੜ੍ਹੀਦਾ ਤੇ ਇੱਕ ਦਫਾ ਸੁਰਤ ਦੇ ਵਿੱਚ ਇਹ ਭੁਲੇਖਾ ਪੈ ਜਾਂਦਾ ਹੈ ਕਿ ਸ਼ਾਇਦ ਇਸ ਤੋਂ ਅੱਗੇ ਕਿਸੇ ਦੀ ਸਿਫਤ ਨਹੀਂ ਹੋ ਸਕਦੀ। ਤਾਂ ਭੱਟ ਸਾਹਿਬਾਨਾਂ ਨੇ ਗੁਰੂ ਸਾਹਿਬ ਜੀ ਦੀ ਹਰੇਕ ਪੱਖ ਕਰਕੇ ਸਿਫਤ ਕਥਨ ਕਰ ਦਿੱਤੀ ਹੈ। ਪਰ ਜਦੋਂ ਉਹਨਾਂ ਨੇ ਦੇਖਿਆ ਕਿ ਬੜਾ ਕੱਥ ਲਿਆ ਹੈ, ਉਸ ਕਥਨ ਦੇ ਵਿੱਚ ਬੜਾ ਰਸ ਆਇਆ ਹੈ, ਪਰ ਹੁਣ ਅੱਗੇ ਜਾ ਕੇ ਜਿਹੜਾ ਮਨ ਹੈ ਉਹਦੀ ਕਲਪਨਾ ਦੀ ਵੀ ਸੀਮਾ ਬਣ ਗਈ ਹੈ। ਜਿਹੜਾ ਚਿੱਤ ਹੈ ਉਹ ਵੀ ਗੁਰੂ ਕੇ ਸਿਫਤ ਦੇ ਰਸ ਨੂੰ ਸਮਾਉਣ ਤੋਂ ਛੋਟਾ ਪੈ ਗਿਆ ਹੈ। ਹੁਣ ਜਿਵੇਂ ਕੁਦਰਤੀ ਹੈ, ਅਸੀਂ ਮਿੱਠਾ ਗ੍ਰਹਿਣ ਕਰਦੇ ਹਾਂ, ਉਹਦੀ ਵੀ ਜਾ ਕੇ ਸੀਮਾ ਬਣ ਜਾਂਦੀ ਹੈ। ਇੱਕ ਮਾਤਰਾ ਵਿੱਚ ਮਿੱਠਾ ਖਾਣ ਤੋਂ ਬਾਅਦ ਜਾਂ ਤਾਂ ਫਿੱਕਾ ਪ੍ਰਤੀਤ ਹੋਣ ਲੱਗ ਪੈਂਦਾ ਹੈ, ਜਾਂ ਕੌੜਾ ਪ੍ਰਤੀਤ ਹੋਣ ਲੱਗ ਪੈਂਦਾ, ਜਾਂ ਚਿੱਤ ਉਹਦੇ ਤੋਂ ਉਕਾਊ ਹੋ ਜਾਂਦਾ ਹੈ। ਹੁਣ ਭੱਟ ਸਾਹਿਬਾਨਾਂ ਨੇ ਜਿਹੜੇ ਸਵਈਏ ਉਚਾਰਨ ਕੀਤੇ ਹਨ, ਉਹਨਾਂ ਦੀ ਪਹਿਲਾਂ ਅਵਸਥਾ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਸਭ ਤੋਂ ਪਹਿਲਾਂ ਉਹ ਬੜੇ ਵੱਡੇ ਵਿਦਵਾਨ ਸਨ ਅਤੇ ਉਹਨਾਂ ਨੇ ਬੜੇ ਬਾਰੀਕ ਢੰਗ ਦੇ ਨਾਲ ਸਤਿਗੁਰੂ ਕੇ ਹਰੇਕ ਸਰੂਪ ਨੂੰ ਦੇਖੋ, ਉਹਨਾਂ ਦੀ ਸੁਰਤ ਕਿੱਡੀ ਵੱਡੀ ਹੋਏਗੀ ਕਿ ਜਿਹੜਾ ਉਹਨਾਂ ਨੇ ਸਤਿਯੁਗ ਦੇ ਵਿੱਚ ਵੀ ਗੁਰੂ ਸਰੂਪ ਨੂੰ ਪਛਾਣ ਲਿਆ, ਤ੍ਰੇਤੇ ਦੇ ਵਿੱਚ ਵੀ ਗੁਰੂ ਕੇ ਕੌਤਕਾਂ ਦੀ ਨਿਸ਼ਾਨਦੇਹੀ ਕਰ ਲਈ, ਦੁਆਪਰ ਯੁੱਗ ਦੇ ਵਿੱਚ ਵੀ ਗੁਰੂ ਦੇ ਕਿਰਪਾ ਰੂਪ ਨੂੰ ਪਛਾਣ ਕੇ, ਅਤੇ ਕਲਯੁੱਗ ਦੇ ਵਿੱਚ ਜਿਹੜੇ 4 ਯੁੱਗਾਂ ਦੇ ਵਿੱਚ ਗੁਰੂ ਸਰੂਪ ਨੂੰ ਇੱਕੋ ਸਮਾਨ ਦੇਖ ਰਹੇ ਹਨ, ਉਹਨਾਂ ਦੀ ਸੁਰਤ ਕਿੰਨੀ ਵਿਸ਼ਾਲ ਹੋਏਗੀ। ਪਹਿਲਾ ਭਾਵ। ਦੂਜਾ ਭਾਵ ਹੈ ਕਿ ਜਦੋਂ ਉਹਨਾਂ ਨੇ ਬਹੁਤ ਸਾਰਾ ਕੱਥ ਲਿਆ, ਫਿਰ ਅੱਗੇ ਅੱਗੇ ਜਿਉਂ ਦੇਖਿਆ ਕਿ ਪਹਿਲਾਂ ਇੰਨਾ ਸੀ ਕਿ ਗੁਰੂ ਰਾਮਦਾਸ ਸਾਹਿਬ ਦੀ ਸਨਮੁਖ ਹਨ ਅਤੇ ਪਵਿੱਤਰ ਨਗਰੀ ਅੰਮ੍ਰਿਤ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਹੈ। ਬੇਅੰਤ ਸਿੱਖ ਸੰਗਤਾਂ ਦੇ ਕੌਤਕ ਦੇਖ ਕੇ ਉਹਨਾਂ ਦੇ ਮਨ ਅੰਦਰ ਇਹ ਖਿਆਲ ਬਣਿਆ ਕਿ ਗੁਰੂ ਕੀ ਸਿਫਤ ਦਾ ਕੱਥ ਲਵਾਂਗੇ, ਪਰ ਜਿਉਂ-ਜਿਉਂ ਕਥਿਆ ਉਹ ਅੱਗੇ ਵੱਧਦੀ ਹੀ ਜਾਵੇ। ਇਸ ਕਰਕੇ ਫਿਰ ਉਹਨਾਂ ਦੀ ਸੁਰਤ ਵਿੱਚ ਇਹ ਖਿਆਲ ਵਾਪਰਿਆ ਕਿ ਸਤਿਗੁਰੂ ਅਕਥ ਹੈ, ਇਸ ਦੇ ਕਥਨ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਦੂਜਾ ਭਾਵ ਏ। ਤੀਜਾ ਭਾਵ ਉਹਨਾਂ ਦੇਖਿਆ ਕਿ ਜਦੋਂ ਜਦੋਂ ਕੱਥ ਰਹੇ ਹਾਂ, ਜੀਵਨ ਦੇ ਵਿੱਚ ਬੜਾ ਆਨੰਦ ਆਉਂਦਾ ਗਿਆ, ਬੜਾ ਠਹਿਰਾਓ ਆਉਂਦਾ ਗਿਆ, ਜੀਵਨ ਦੇ ਵਿੱਚ ਬੜਾ ਸ਼ਾਂਤ ਰਸ ਬਣਦਾ ਗਿਆ। ਪਰ ਹੁਣ ਇੰਨਾ ਜ਼ਿਆਦਾ ਅੰਮ੍ਰਿਤ ਰਸ, ਇੰਨਾ ਜ਼ਿਆਦਾ ਸ਼ਾਂਤ ਰਸ ਬਣ ਰਿਹਾ ਹੈ ਕਿ ਇੱਕ ਹਿਰਦਾ ਇਹਨੂੰ ਸਮਾਉਣ ਤੋਂ ਸਮਰੱਥ ਨਹੀਂ ਹੈ। ਹੁਣ ਤਾਂ ਜਿਹੜਾ ਜੀਵਨ ਹੈ ਉਹ ਵੀ ਦੇਹ ਤੋਂ ਪਾਰ ਵਾਲਾ ਚਾਹੀਦਾ, ਇੱਕ ਦੇਹ ਇੰਨੇ ਰਸ ਨੂੰ ਨਹੀਂ ਸਮਾ ਸਕਦੀ। ਤੀਜਾ ਭਾਵ। ਚੌਥਾ ਭਾਵ ਹੈ ਕਿ ਉਹਨਾਂ ਦੇਖਿਆ ਕਿ ਸਤਿਗੁਰੂ ਸਰੂਪ ਨੂੰ ਜੇ ਹਜ਼ਾਰਾਂ ਅੱਖਾਂ ਨਾਲ ਦੇਖਿਆ ਜਾਵੇ, ਕਰੋੜਾਂ ਅੱਖਾਂ ਦੇ ਨਾਲ, ਤਾਂ ਵੀ ਗੁਰੂ ਦਾ ਸੰਪੂਰਨ ਦਰਸ਼ਨ ਨਹੀਂ ਹੋ ਸਕਦਾ। ਫਿਰ ਉਹਨਾਂ ਨੇ ਇਸ ਸਾਰੇ ਤਰ੍ਹਾਂ ਦੀਆਂ ਅਸਮਰੱਥਾਵਾਂ ਨੂੰ ਕੱਥਦਿਆਂ ਹੋਇਆਂ ਫਿਰ ਗੁਰੂ ਸਾਹਿਬ ਜੀ ਨੂੰ ਉਹ ਵਾਹਿਗੁਰੂ ਕਹਿ ਦਿੰਦੇ ਹਨ। ਪਹਿਲਾਂ ਗੁਰੂ ਰਾਮਦਾਸ ਨਾਮ ਦਾ ਜ਼ਿਕਰ ਕਰਦੇ ਹਨ, ਪਰ ਜਦੋਂ ਦੇਖਿਆ ਕਿ ਸਤਿਗੁਰੂ ਸਰੂਪ ਨਾ ਤਾਂ ਕਥਿਆ ਜਾ ਸਕਦਾ ਹੈ, ਅਤੇ ਕਥਨ ਦੇ ਨਾਲ ਜਦੋਂ ਗੁਰੂ ਸਰੂਪ ਦਾ ਪ੍ਰਕਾਸ਼ ਹੁੰਦਾ ਹੈ, ਫਿਰ ਉਹਨਾਂ ਦਾ ਸਰੂਪ ਇੰਨਾ ਸੂਖਮ ਅਤੇ ਇੰਨਾ ਵਿਸ਼ਾਲ ਹੋ ਜਾਂਦਾ ਕਿ ਉਹ ਸ਼ਬਦਾਂ ਵਿੱਚ ਵੀ ਨਹੀਂ ਆ ਸਕਦਾ। ਫਿਰ ਹਿਰਦਾ ਵੀ ਉਹਨਾਂ ਦੇ ਅੰਮ੍ਰਿਤ ਰਸ ਨੂੰ ਨਹੀਂ ਸੰਭਾਲ ਸਕਦਾ, ਗੁਰੂ ਕੇ ਸਿਫਤ ਨੂੰ। ਤਾਂ ਫਿਰ ਭੱਟ ਸਾਹਿਬਾਨ ਜੀ ਉਹਨਾਂ ਨੂੰ ਵਾਹਿਗੁਰੂ ਸ਼ਬਦ ਦੇ ਵਿੱਚ ਕਿ ਅੱਗੇ ਜਾ ਕੇ ਕੇਵਲ ਸਿਫਤ ਹੀ ਰਹਿ ਜਾਂਦੀ ਹੈ ਕਿ ਜ਼ੁਬਾਨ ਕੀ ਕਥੇਗੀ ਜਦੋਂ ਸ਼ਬਦ ਦੀ ਸੀਮਾ ਰਹਿ ਗਈ ਸਭ ਤਰੀਕਿਆਂ ਨਾਲ। ਇਸ ਕਰਕੇ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਵਾਹਿਗੁਰੂ 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 ਵਾਹਿ ਜੀਓ। ਅਤੇ ਭੱਟ ਸਾਹਿਬਾਨ ਜੀ ਆਖਦੇ ਹਨ ਕਿ ਮਾਲਕ ਜਦੋਂ ਤੇਰੇ ਕੌਤਕ ਨੂੰ ਆਕਾਸ਼ ਵਿੱਚ ਦੇਖਦੇ ਹਾਂ, ਆਕਾਸ਼ ਦਾ ਭਾਵ ਹੈ ਕਿ ਸਾਰਿਆਂ ਦੇ ਅੰਦਰ ਤੇਰੀ ਜੋਤ ਸਰੂਪ ਜਗ ਰਹੀ ਹੈ। ਸਾਰਿਆਂ ਦਾ ਆਧਾਰ ਪ੍ਰਾਣ ਨਹੀਂ ਹਨ, ਪ੍ਰਾਣ ਕਰਕੇ ਬੰਦੇ ਨਹੀਂ ਬਣ ਰਹੇ। ਅਸਲ 'ਚ ਸਾਰੀ ਰਚਨਾ ਤਾਂ ਪ੍ਰਕਾਸ਼ ਕਰ ਰਹੀ ਹੈ ਕਿ ਸਾਰਿਆਂ ਦੇ ਅੰਦਰ ਆਤਮ ਜੋਤ ਹੋਣ ਕਰਕੇ ਤੂੰ ਵਿਆਪਕ ਹੈ। ਤਾਂ ਪਹਿਲੀ ਵਾਰੀ ਵਾਹਿਗੁਰੂ ਆਖਦੇ ਹਨ। ਦੂਜੀ ਦਫਾ ਆਖਦੇ ਹਨ ਵਾਹਿਗੁਰੂ ਭਾਵ ਕਿ ਗੁਰੂ ਸਾਹਿਬ ਦੀ
ਜਿਤਨੀ ਮਨੁੱਖ ਜਾਤੀ ਮਾਤ ਲੋਕ ਤੇ ਵਾਸ ਕਰਦੀ ਹੈ, ਸਾਰਿਆਂ ਦੇ ਅੰਦਰ ਹੀ ਆਪ ਦਾ ਪ੍ਰਕਾਸ਼ ਹੈ। ਫਿਰ ਵਾਹਿਗੁਰੂ ਆਖਦੇ ਹਨ ਕਿ ਜਿੰਨੇ ਪਾਤਾਲ ਲੋਕ ਦੇ ਨਿਵਾਸੀ ਹਨ, ਨਿੱਕੇ ਨਿੱਕੇ ਕੀਟ ਜੀਵ ਆਦਿਕ, ਉਹਨਾਂ ਦੇ ਅੰਦਰ ਵੀ ਆਪ ਜੀ ਦੀ ਚੇਤਨ ਸੱਤਾ ਵਿਆਪਕ ਹੈ। ਇਸ ਕਰਕੇ ਆ 3 ਵਾਰੀ ਵਾਹਿਗੁਰੂ ਆ ਕੇ ਆਖਦੇ ਹਨ ਕਿ ਜੇ ਇਹਨਾਂ ਤਿੰਨਾਂ ਲੋਕਾਂ ਦੇ ਵਿੱਚ ਗੁਰੂ ਸਾਹਿਬ ਜੀ ਦੇ ਸਰੂਪ ਨੂੰ ਤੱਕਿਆ ਜਾਵੇ ਤਾਂ ਜਦੋਂ ਸਿਖਰ 'ਤੇ ਸਿੱਖ ਦੀ ਸੁਰਤ ਪਹੁੰਚੇਗੀ ਤਾਂ ਉਹ ਗੁਰੂ ਨੂੰ ਵਾਹਿਗੁਰੂ ਹੀ ਕਹੇਗੀ। ਇਸ ਕਰਕੇ 3 ਦਫਾ ਵਾਹਿਗੁਰੂ ਉਚਾਰਨ ਕਰਕੇ ਫਿਰ ਆਖਦੇ ਹਨ ਵਾਹਿ ਜੀਓ, ਭਾਵ ਕਿ ਹੇ ਗੁਰੂ ਸਰੂਪ, ਤੁਹਾਡਾ ਸਰੂਪ ਬੜਾ ਅਥਾਹ ਹੈ। ਇਸ ਕਰਕੇ ਇਸ ਨੂੰ ਵਾਹੋ, ਭਾਵ ਕਿ ਅਚਰਜ ਬੇਅੰਤ ਕਹਿਣਾ ਬਣਦਾ ਹੈ। ਕਵਲ ਨੈਣ ਮਧੁਰ ਬੈਨ, ਕੋਟ ਸੈਨ ਸੰਗ ਸੋਭ, ਕਹਿਤ ਮਾਂ ਜਸੋਦ ਜਿਸਹੇ, ਦਹੀ ਭਾਤ ਖਾਹੇ ਜੀਓ। ਅਤੇ ਆਖਦੇ ਨੇ ਕਵਲ ਨੈਣ, ਭਾਵ ਕਿ ਹੁਣ ਸ਼੍ਰੀ ਕ੍ਰਿਸ਼ਨ ਜੀ ਦੀ ਜਿਹੜੀ ਲੀਲਾ ਹੈ ਉਹਦੇ ਰੂਪਕਾਂ ਦੇ ਨਾਲ ਗੁਰੂ ਸਾਹਿਬ ਜੀ ਦੇ ਸਰੂਪ ਦੀ ਸਿਫਤ ਕਰਦੇ ਹਨ। ਕਵਲ ਨੈਣ, ਭਾਵ ਜਿਹਦੇ ਬੜੇ ਸੁੰਦਰ ਨੈਣ ਹਨ। ਕਵਲ ਨੈਣ ਮਧੁਰ ਬੈਨ, ਜਿਹਦੇ ਬੋਲਾਂ ਦੇ ਵਿੱਚ ਬੜੀ ਮਿਠਾਸ ਹੈ। ਕੋਟ ਸੈਨ, ਕਰੋੜਾ ਸੈਨਾ ਜਿਹਦੇ ਸੰਗ ਹੈ। ਕਹਿਤ ਮਾਂ ਜਸੋਦ ਜਿਸੇ, ਭਾਵ ਕਿ ਸ਼੍ਰੀ ਕ੍ਰਿਸ਼ਨ ਜੀ ਦੀ ਮਾਤਾ ਜੀ ਜਸ਼ੋਦਾ ਜੀ, ਜਿਨ੍ਹਾਂ ਨੂੰ ਆਖਦੇ ਹਨ ਦਹੀਂ ਭਾਤ ਖਾਹੇ ਜੀਓ, ਭਾਵ ਕਿ ਚੌਲ ਅਤੇ ਦਹੀਂ ਆ ਕੇ ਖਾਓ। ਹੁਣ ਉਹਨਾਂ ਨੇ ਸ਼੍ਰੀ ਕ੍ਰਿਸ਼ਨ ਦੀ ਲੀਲਾ ਦੇ ਰੂਪਕ ਵਰਤੇ ਹਨ। ਪਰ ਗੁਰੂ ਰਾਮਦਾਸ ਸਾਹਿਬ ਜੀ, ਜਿਨ੍ਹਾਂ ਨੂੰ ਭੱਟ ਸਾਹਿਬਾਨਾਂ ਨੇ ਵਾਹਿਗੁਰੂ ਕਿਹਾ ਹੈ, ਉਸ ਸਵਈਏ ਦੇ ਸੰਦਰਭ ਵਿੱਚ ਇਹਦਾ ਅਰਥ ਬਣਦਾ ਹੈ ਕਵਲ ਨੈਣ, ਕਿ ਗੁਰੂ ਰਾਮਦਾਸ ਸਾਹਿਬ ਜੀ ਜਿੰਨੇ ਨੇਤਰਾਂ ਦੁਆਰਾ ਸੰਸਾਰ ਦੇ ਵਿੱਚ ਪ੍ਰਕਾਸ਼ ਹੋ ਰਿਹਾ ਹੈ, ਇਹ ਸਾਰੇ ਨੇਤਰ ਜਿਹੜੇ ਤੁਹਾਨੂੰ ਦੇਖਣ ਦੀ ਚਾਹਤ ਰੱਖਦੇ ਹਨ, ਇਹ ਸਾਰੇ ਨੇਤਰ ਹੀ ਬੜੇ ਸੁੰਦਰ ਹਨ। ਮਧੁਰ ਬੈਨ, ਅਤੇ ਜਿਨ੍ਹਾਂ ਬੋਲਾਂ ਦੇ ਵਿੱਚ ਤੁਹਾਡੇ ਸਰੂਪ ਦਾ ਜ਼ਿਕਰ ਕੀਤਾ ਜਾਂਦਾ ਹੈ, ਭਾਵ ਕਿ ਕੋਈ ਆਪਣੀ ਜ਼ੁਬਾਨ ਤੋਂ ਗੁਰੂ ਰਾਮਦਾਸ ਦਾ ਨਾਮ ਲੈ ਰਿਹਾ ਹੈ, ਕੋਈ ਤੁਹਾਡੀ ਬਾਣੀ ਗਾ ਰਿਹਾ ਹੈ, ਅਤੇ ਕੋਈ ਤੁਹਾਡੇ ਸਰੂਪ ਦਾ ਧਿਆਨ ਧਰ ਕੇ ਕੋਈ ਹੋਰ ਤਰ੍ਹਾਂ ਦੇ ਵੀ ਨਾਮ ਲੈ ਕੇ ਜਿਹੜਾ ਗੁਣ ਗਾ ਰਿਹਾ ਹੈ, ਇਹ ਸਾਰੇ ਬੋਲ ਵੀ ਕਹਿੰਦੇ ਬੜੇ ਸੁੰਦਰ ਹਨ। ਕਿਉਂਕਿ ਜਦੋਂ ਵਾਹਿਗੁਰੂ ਕਹਿ ਦਿੱਤਾ ਹੈ ਤਾਂ ਇਹਦਾ ਭਾਵ ਹੈ ਕਿ ਹੁਣ ਸਾਰੀ ਕਾਇਨਾਤ ਵਿੱਚ ਉਹਨਾਂ ਨੂੰ ਗੁਰੂ ਦਾ ਸਰੂਪ ਲੰਮਿਆ ਲੱਗ ਰਿਹਾ ਹੈ। ਇਸ ਕਰਕੇ ਹੁਣ ਮਨੁੱਖਾਂ ਦਾ ਬੋਲਣਾ ਉਹਨਾਂ ਦੇ ਲਈ ਆਮ ਨਹੀਂ ਹੈ। ਜਿੰਨਾ ਚਿਰ ਤੱਕ ਸੁਰਤ ਛੋਟੀ ਰਹਿੰਦੀ ਹੈ, ਉਹ ਥੋੜ੍ਹਿਆਂ ਦੇ ਵਿੱਚ ਗੁਰੂ ਦਾ ਸਰੂਪ ਦੇਖ ਲੈਂਦੀ ਹੈ, ਬਾਕੀਆਂ ਦੇ ਵਿੱਚ ਨਹੀਂ ਦੇਖਦੀ। ਜਦੋਂ ਸੁਰਤ ਦੇ ਅੰਦਰ ਗੁਰੂ ਦਾ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਕਵਲ ਨੈਣ ਉਹ ਸਾਰੇ ਨੇਤਰਾਂ ਨੂੰ ਮੁਬਾਰਕ ਗਿਣਦੀ ਹੈ ਕਿ ਇਹਨਾਂ ਸਾਰੇ ਨੇਤਰਾਂ ਦੇ ਅੰਦਰ ਗੁਰੂ ਦੇ ਦੇਖਣ ਦੀ ਚਾਹਤ ਹੈ। ਸਾਰੇ ਬੋਲ ਹੀ ਉਹਨੂੰ ਗੁਰੂ ਦੇ ਬੋਲ ਲੱਗਦੇ ਹਨ। ਕੋਟ ਸੈਨ, ਅਤੇ ਜਿਵੇਂ ਹੁਣ ਮਾਲਕ ਨੇ ਆ ਸਾਰੀ ਜਗਤ ਦੀ ਰਚਨਾ ਕੀਤੀ ਹੈ, ਭੱਟ ਸਾਹਿਬਾਨ ਆਖਦੇ ਹਨ ਕਿ ਗੁਰੂ ਸਾਹਿਬ ਦੀ ਕੋਟ ਸੈਨ, ਭਾਵ ਕਿ ਕਰੋੜਾਂ ਜੀਵ ਜਿਹੜੇ ਰਚੇ ਹਨ, ਇਹ ਤੁਹਾਡੀ ਸੈਨਾ ਹਨ। ਸੈਨਾ ਕੀ ਕਰਦੀ ਹੈ? ਆਪਣੇ ਸੈਨਾਪਤੀ ਦਾ ਹੁਕਮ ਲੈ ਕੇ ਅੱਗੇ ਕੰਮ ਕਰਦੀ ਹੈ। ਅਸੀਂ ਮਨੁੱਖਾ ਜੀਵਨ ਨੂੰ ਪਾ ਕੇ ਭਗਤੀ ਕਰ ਰਹੇ ਹਾਂ। ਇੱਕ ਪਸ਼ੂ ਜਿਹੜਾ ਹੈ, ਪਸ਼ੂ ਜੂਨੀ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਦੇ ਪ੍ਰਮੁੱਖ ਗੁਣਾਂ ਦੇ ਨਾਲ ਧਰਤੀ ਦਾ ਕਲਿਆਣ ਕਰ ਰਿਹਾ ਹੈ। ਜਿਹੜੀ ਬਨਸਪਤੀ ਹੈ, ਰੁੱਖ ਆਦਿਕ ਹਨ, ਉਹ ਸ੍ਰਿਸ਼ਟੀ ਦਾ ਆਪਣੇ ਢੰਗ ਦੇ ਨਾਲ ਕਲਿਆਣ ਕਰ ਰਹੇ ਹਨ। ਇਸ ਕਰਕੇ ਭੱਟ ਸਾਹਿਬਾਨ ਜੀ ਆਖਦੇ ਹਨ ਕਿ ਸਾਰਾ ਜਗਤ ਮਾਲਕ ਆਪ ਜੀ ਦੀ ਸੈਨਾ ਹੈ। ਕਹਿਤ ਸੋਭ ਕਹਿਤ, ਤੇ ਸਾਰੇ ਤੁਹਾਡੀ ਸ਼ੋਭਾ ਨੂੰ ਕਹਿੰਦੇ ਹਨ। ਅਤੇ ਜਿਵੇਂ ਮਾਂ ਜਸ਼ੋਦਾ ਆਪਣੇ ਬਾਲਕ ਸ਼੍ਰੀ ਕ੍ਰਿਸ਼ਨ ਜੀ ਨੂੰ ਪੁਕਾਰ ਕੇ ਦਹੀਂ ਚਾਵਲ ਖਾਣ ਦੇ ਲਈ ਆਖਦੀ ਹੈ, ਇਵੇਂ ਹੀ ਆਪ ਜੀ ਨੇ ਆਪਣੇ ਸਰੂਪ ਦਾ ਪ੍ਰਕਾਸ਼ ਕੀਤਾ, ਕਿਉਂਕਿ ਉਹਨਾਂ ਦੀ ਮਨਪਸੰਦ ਖੁਰਾਕ ਸੀ। ਇਸੇ ਤਰ੍ਹਾਂ ਆਪ ਜੀ ਸਾਰੀ ਸ੍ਰਿਸ਼ਟੀ ਨੂੰ ਪੁਕਾਰ ਕੇ, ਸਾਰੀ ਸ੍ਰਿਸ਼ਟੀ ਨੂੰ ਆਪਣੇ ਕੋਲ ਸੱਦ ਕੇ ਭਗਤੀ ਦਾ, ਗਿਆਨ ਦਾ, ਕਰੁਣਾ ਦਾ ਅਤੇ ਆਪਣੇ ਸਰੂਪ ਦੀ ਉਸ ਸਿਫਤ ਸਲਾਹ ਦਾ ਰਸ ਚੱਖਣ ਦੇ ਲਈ ਪੁਕਾਰ ਰਹੇ ਹੋ, ਜਿਹਨੂੰ ਚੱਖ ਕੇ ਮੁਖ ਤੋਂ ਵਾਹਿਗੁਰੂ ਹੀ ਨਿਕਲਦਾ ਹੈ। ਇਸ ਕਰਕੇ ਜ਼ਿਕਰ ਕਰਦੇ ਹਨ ਕਹਿਤ ਮਾਂ ਜਸੋਦ ਜਿਸੈ, ਜਿਵੇਂ ਜਸ਼ੋਦਾ ਮਾਂ ਪੁਕਾਰਦੀ ਹੈ, ਇਵੇਂ ਜਿਹੜਾ ਜਰਰੇ ਜਰਰੇ ਵਿੱਚ ਤੁਹਾਡਾ ਸਰੂਪ ਵਿਦਮਾਨ ਹੈ। ਹਰ ਨੇਤਰ ਦੇ ਵਿੱਚ, ਹਰ ਬੋਲ ਦੇ ਅੰਦਰ, ਹਰ ਆਕਾਰ ਦੇ ਅੰਦਰ ਤੁਹਾਡੇ ਸਰੂਪ ਦਾ ਪ੍ਰਕਾਸ਼ ਹੈ। ਅਤੇ ਜਿਵੇਂ ਮਾਂ ਜਸ਼ੋਦਾ ਪੁਕਾਰਦੀ ਹੈ, ਉਵੇਂ ਹੀ ਹਰੇਕ ਜਰਰੇ ਜਰਰੇ ਵਿੱਚ ਤੁਸੀਂ ਰਮ ਕਰਕੇ ਸਾਰੀ ਕਾਇਨਾਤ ਨੂੰ ਆਪਣੀ ਸਿਫਤ ਵਿੱਚ ਜੁੜ ਕੇ ਆਪਣੇ ਸਰੂਪ ਦਾ ਭੇਦ ਜਣਾ ਕੇ
ਉਹਨਾਂ ਨੂੰ ਨਿਹਾਲ ਕਰ ਰਹੇ ਹੋ। ਦੇਖ ਰੂਪ ਅਤ ਅਨੂਪ, ਮੋਹ ਮਹਾ ਮਗ ਭਈ, ਕਿੰਕਨੀ ਸ਼ਬਦ ਚਨਤ ਘਾਰ, ਖੇਲ ਪਾਏ ਜੀਓ। ਤਾਂ ਆਖਦੇ ਹਨ ਕਿ ਜਿਵੇਂ ਆਪ ਜੀ ਦੇ ਸਰੂਪ ਨੂੰ ਜਿਹੜਾ ਦੇਖ ਲੈਂਦਾ ਹੈ, ਦੇਖ ਰੂਪ, ਕਿ ਜਿਹੜਾ ਇੱਕ ਰੂਪ ਆ, ਜਿਹੜਾ ਸਤਿਗੁਰੂ ਦਾ ਸਰਗੁਣ ਦੇਖਣਾ ਹੈ, ਉਹਨੂੰ ਦੇਖ ਕੇ ਲੱਗਦਾ ਕਿ ਸਤਿਗੁਰੂ ਸਰੂਪ ਦੀ ਹਸਤੀ ਇੰਨੀ ਕੁ ਹੈ। ਪਰ ਕਹਿੰਦੇ ਜਦੋਂ ਸੁਰਤ ਗੁਰੂ ਦਰਸ਼ਨ ਵਿੱਚ ਲੀਨ ਹੋ ਜਾਂਦੀ ਆ, ਫਿਰ ਗੁਰੂ ਕੇ ਐਸੇ ਰੂਪ ਨੂੰ ਦੇਖਦੀ ਹੈ, ਅਤ ਅਨੂਪ, ਜਿਹੜਾ ਬੜਾ ਸੁੰਦਰ ਹੈ। ਮੋਹ ਮਹਾ ਮਗ ਭਈ, ਅਤੇ ਫਿਰ ਗੁਰੂ ਦੇ ਆਨੰਦ ਨਾਲ ਮਨ ਦੇ ਅੰਦਰ ਇੰਨਾ ਜ਼ਿਆਦਾ ਮੋਹ ਆਨੰਦ ਭਰ ਜਾਂਦਾ ਹੈ। ਕਿੰਕਣੀ ਦਾ ਅਰਥ ਹੁੰਦਾ ਤੜਾਗੀ, ਚਨਤਕਾਰ ਦਾ ਹੁੰਦਾ ਛਣਕਾਰ। ਕਹਿੰਦੇ ਜਿਵੇਂ ਸ਼੍ਰੀ ਕ੍ਰਿਸ਼ਨ ਭੱਜੇ ਜਾਂਦੇ, ਉਹਨਾਂ ਦੇ ਲੱਕ ਨਾਲ ਬੱਧੀਆਂ ਹੋਈਆਂ ਤੜਾਂਗੀਆਂ ਜਿਹੜੀਆਂ ਜਦੋਂ ਛਣਕਾਰ ਪੈਦਾ ਕਰਦੀਆਂ ਸਨ, ਅਤੇ ਐਸਾ ਖੇਲ ਸਾਰਿਆਂ ਦੇ ਮਨ ਨੂੰ ਬੜਾ ਚੰਗਾ ਲੱਗਦਾ ਸੀ। ਇਸੇ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਜਦੋਂ ਆਪ ਜੀ ਦਾ ਵਿਆਪਕ ਸਰੂਪ ਇਸ ਤਰ੍ਹਾਂ ਸ੍ਰਿਸ਼ਟੀ 'ਤੇ ਉਤਰਦਾ ਹੈ, ਅਤੇ ਉਹ ਆਪਣੇ ਸ਼ਬਦ ਦੀ ਛਣਕਾਰ ਪੈਦਾ ਕਰਦਾ ਹੈ, ਅਤੇ ਸ਼ਬਦ ਦੇ ਸੰਗੀਤ ਦੇ ਨਾਲ ਸਾਰਿਆਂ ਦੇ ਮਨਾਂ ਅੰਦਰ ਐਸਾ ਆਨੰਦ ਉਪਜਦਾ ਹੈ ਕਿ ਸ਼ਬਦ ਦੇ ਕੀਰਤਨ ਨਾਲ ਐਸਾ ਉਹਨਾਂ ਦੇ ਮਨਾਂ ਅੰਦਰ ਆਨੰਦ ਦਾ ਖੇਲ ਬਣਦਾ ਹੈ ਕਿ ਹਰ ਕੋਈ ਨਿਹਾਲ ਹੋ ਜਾਂਦਾ ਹੈ। ਕਾਲ ਕਲਮ ਹੁਕਮ ਹਾਥ, ਕਹੋ ਕੌਣ ਮੇਟ ਸਕੈ, ਈਸ ਬੰਮ ਗਿਆਨ ਧਿਆਨ, ਤਰਤ ਹੀਐ ਚਾਹੇ ਜੀਓ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਇੱਕ ਹੈ ਅਵਤਾਰੀ ਪੁਰਸ਼ ਜਿਹਨੂੰ ਕਾਲ ਦੀ ਸੀਮਾ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਹੈ, ਪਰ ਕਹਿੰਦੇ ਆਪ ਜੀ ਐਸੇ ਸਮਰੱਥ ਸਰੂਪ ਹੋ, ਕਾਲ ਕਲਮ, ਕਿ ਸਾਰੇ ਜਗਤ ਨੂੰ ਚਲਾਉਣਾ, ਸਾਰੇ ਜਗਤ ਦੀ ਪ੍ਰਤਪਾਲਣਾ ਕਰਨਾ, ਅਤੇ ਪ੍ਰਤਪਾਲਣਾ ਹੁਕਮ ਦੁਆਰਾ ਹੁੰਦੀ ਹੈ। ਕਹਿੰਦੇ ਕਾਲ ਦੀ ਕਲਮ ਵੀ ਆਪ ਜੀ ਦੇ ਹੱਥ ਵਿੱਚ ਹੈ। ਸਾਰੇ ਸੰਸਾਰ ਨੂੰ ਚਲਾਉਣ ਦਾ ਨੇਮ ਭਾਵ ਜੋ ਹੁਕਮ ਹੈ ਉਹ ਵੀ ਤੁਹਾਡੇ ਹੱਥ ਵਿੱਚ ਹੈ। ਕਹੋ ਕੌਣ ਮੇਟ ਸਕੈ, ਕਿ ਕਿਹੜਾ ਹੈ ਜਿਹੜਾ ਤੁਹਾਡੇ ਸਰੂਪ ਦੀ ਹਸਤੀ ਨੂੰ ਮੇਟ ਸਕੇ। ਇਸ ਕਰਕੇ ਜ਼ਿਕਰ ਕਰਦੇ ਹਨ, ਈਸ ਬੰਮ ਗਿਆਨ ਧਿਆਨ, ਈਸ਼ਰ ਵਰਗੇ ਬ੍ਰਹਮਾ ਵਰਗੇ ਵੱਡੇ ਰਿਸ਼ੀ ਵੀ ਆਪ ਜੀ ਦੇ ਕੋਲੋਂ ਗਿਆਨ ਅਤੇ ਧਿਆਨ ਦੀ ਤਲਾਸ਼ ਕਰਕੇ ਆਪਣੇ ਹਿਰਦੇ ਅੰਦਰ ਆਨੰਦ ਚਾਹੁੰਦੇ ਹਨ। ਸਤ ਸਾਚ ਸ੍ਰੀ ਨਿਵਾਸ, ਆਦਿ ਪੁਰਖ ਸਦਾ ਤੁਹੀ, ਵਾਹਿਗੁਰੂ 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 ਵਾਹਿ ਜੀਓ। ਇਸ ਕਰਕੇ ਭੱਟ ਸਾਹਿਬਾਨ ਜੀ ਆਖਦੇ ਹਨ ਸਤ ਸਾਚ, ਦੋ ਸ਼ਬਦ ਵਰਤੇ ਹਨ ਭੱਟ ਸਾਹਿਬਾਨਾਂ ਨੇ, ਕਿ ਗੁਰੂ ਰਾਮਦਾਸ ਸਾਹਿਬ ਜੀ ਨੂੰ ਜੇ ਇਤਿਹਾਸ ਦੇ ਦ੍ਰਿਸ਼ਟੀਕੋਣ ਤੋਂ ਦੇਖੋਗੇ ਅਤੇ ਇਹ ਕਹਿ ਦਿਓਗੇ ਕਿ ਇਸ ਸੰਨ ਦੇ ਵਿੱਚ ਗੁਰੂ ਸਾਹਿਬ ਜੀ ਦਾ ਪ੍ਰਗਟ ਹੋਏ ਅਤੇ ਇਸ ਸੰਨ ਦੇ ਵਿੱਚ ਜੋਤੀ ਜੋਤ ਸਮਾ ਗਏ। ਪਰ ਭੱਟ ਸਾਹਿਬਾਨ ਜੀ ਆਖਦੇ ਹਨ ਸਤ, ਸਤ ਦਾ ਭਾਵ ਕਿ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦੀ ਮੂਰਤ ਨਹੀਂ ਵੀ ਪ੍ਰਗਟੀ, ਉਦੋਂ ਵੀ ਇਸ ਧਰਤੀ 'ਤੇ ਵਿਦਮਾਨ ਸਨ। ਅਤੇ ਹੁਣ ਆਖਦੇ ਹਨ ਸਾਚ ਦਾ ਭਾਵ ਕਿ ਜੇ ਦੇਹ ਸਰੂਪ ਵਿੱਚ ਆ ਕੇ ਫਿਰ ਦੇਹ ਵਿਦੇਹ ਹੋ ਜਾਣਗੇ, ਤਾਂ ਇਹਦਾ ਭਾਵ ਨਹੀਂ ਕਿ ਉਹ ਉਹਨਾਂ ਦੀ ਦੇਹ ਨਾਲ ਕਿਸੇ ਤਰੀਕੇ ਦੇ ਨਾਲ ਸਮਾਪਤੀ ਵਿੱਚ ਆ ਗਈ, ਸਗੋਂ ਇਹਨਾਂ ਦੇਹ ਦੇ ਵਿੱਚ ਰਹਿੰਦਿਆਂ ਹੋਇਆਂ ਜਿੰਨਾ ਗੁਣਾਂ ਦਾ ਪ੍ਰਕਾਸ਼, ਜਿੰਨਾ ਬਾਣੀ ਦੇ ਗਿਆਨ ਦੁਆਰਾ ਉਹਨਾਂ ਨੇ ਪ੍ਰਕਾਸ਼ ਕੀਤਾ ਹੈ, ਉਹ ਹਰੇਕ ਯੁੱਗ ਦੇ ਵਿੱਚ ਸੱਚ ਹੀ ਰਹੇਗਾ। ਇਸ ਕਰਕੇ ਆਖਦੇ ਹਨ ਸ੍ਰੀ ਨਿਵਾਸ, ਕਿ ਗੁਰੂ ਸਾਹਿਬ ਜੀ ਆਪ ਜੀ ਦਾ ਨਿਵਾਸ ਕਿਸੇ ਧਰਤੀ ਆਕਾਸ਼ ਦੇ ਮੱਧ ਵਿੱਚ ਨਹੀਂ, ਸਗੋਂ ਉਸ ਜਗ੍ਹਾ ਨਿਵਾਸ ਹੈ ਜਿਹੜੀ ਸਦਾ ਅਟਲ ਹੈ। ਆਦਿ ਪੁਰਖ, ਅਤੇ ਜਦੋਂ ਦੇ ਆਰੰਭ ਤੋਂ ਜਗਤ ਦੀ ਰਚਨਾ ਕੀਤੀ ਆ ਰਹੀ ਹੈ, ਹਰੇਕ ਯੁੱਗ ਦੇ ਵਿੱਚ ਹਰ ਸਮੇਂ ਆਪ ਜੀ ਪੁਰਖ ਰੂਪ ਹੋ ਕੇ ਵਿਆਪਕ ਹੋ। ਇਸ ਕਰਕੇ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜੀਓ, ਭਾਵ ਕਿ ਗੁਰੂ ਰਾਮਦਾਸ ਸਾਹਿਬ ਜੀ ਜਦੋਂ ਤੁਹਾਡੇ ਪਰਮ ਸਰੂਪ ਨੂੰ ਬੁੱਝਿਆ ਜਾਂਦਾ ਹੈ, ਫਿਰ ਆਕਾਸ਼ ਵਿੱਚ ਵੀ ਵਿਆਪਕ ਲੱਗਦੇ ਹੋ, ਮਾਤ ਲੋਕ ਦੇ ਵਿੱਚ ਵੀ ਤੁਹਾਡੀ ਕਿਰਪਾ ਦਾ ਪ੍ਰਤੱਖ ਪ੍ਰਕਾਸ਼ ਹੋ ਰਿਹਾ ਹੈ, ਪਤਾਲ ਦੇ ਵਿੱਚ ਵੀ ਸਾਰੇ ਲੋਕ ਆਪਦੇ ਜਸ ਨੂੰ ਗਾਇਨ ਕਰ ਰਹੇ ਹਨ। ਇਸ ਕਰਕੇ 3 ਦਫਾ ਵਾਹਿਗੁਰੂ ਕੱਥ ਕੇ ਆਖਦੇ ਹਨ ਵਾਹੇ ਜੀਓ। ਅਤੇ ਵਾਹੇ ਦਾ ਕਹਿਣ ਦਾ ਭਾਵ ਇਹ ਹੈ ਕਿ ਗੁਰੂ ਕੇ 3 ਪਰਮ ਸਰੂਪਾਂ ਨੂੰ ਬੁੱਝ ਲਈਏ, ਅਤੇ ਇਸ ਤੋਂ ਬਾਅਦ ਵੀ ਫਿਰ ਉਹਨੂੰ ਵਾਹੇ ਹੀ ਕਹਿਣਾ ਬਣਦਾ ਹੈ। ਰਾਮ ਨਾਮ ਪਰਮ ਧਾਮ, ਸੁਧ ਬਾਸ ਨਿਰੀਕਾਰ, ਬੇਸੁਮਾਰ ਸਰਬਰ ਕਉ ਕਾਹੇ ਜੀਓ। ਹੁਣ ਕਿਉਂਕਿ ਭੱਟ ਸਾਹਿਬਾਨਾਂ ਨੇ ਗੁਰੂ ਸਾਹਿਬ ਜੀ ਨੂੰ ਵਾਹਿਗੁਰੂ ਕਿਹਾ ਹੈ, ਤਾਂ ਕਈ ਦਫਾ ਕਿਹਾ ਹੈ ਕਿ ਜਿਹੜਾ ਵਾਹਿਗੁਰੂ ਸ਼ਬਦ ਹੈ
ਇਹ ਅਕਾਲ ਪੁਰਖ ਦਾ ਸਿਫਾਤੀ ਨਾਮ ਨਹੀਂ ਹੈ। ਇਹਦੇ ਵਿੱਚ ਭਗਤੀ ਦਾ ਅਤੇ ਉਹ ਅਨੁਭਵ ਸ਼ਾਮਲ ਹੈ ਜਿਹਦੇ ਵਿੱਚ ਬੰਦੇ ਕੋ ਕੱਖ ਬਚਦਾ ਨਹੀਂ। ਜਿਵੇਂ ਪਿੱਛੇ ਜ਼ਿਕਰ ਕਰ ਰਹੇ ਹਾਂ, ਜ਼ਿਕਰ ਕਰਕੇ ਆਏ ਹਾਂ ਕਿ ਜ਼ੁਬਾਨ ਦੀ ਸੀਮਾ ਵੀ ਪਤਾ ਲੱਗ ਜਾਂਦੀ ਹੈ, ਸ਼ਬਦ ਦੀ ਸੀਮਾ ਵੀ ਪਤਾ ਲੱਗ ਜਾਂਦੀ ਹੈ। ਫਿਰ ਜਿੰਨੇ ਉਪਮਾਨ ਰੂਪਕ ਹਨ ਉਹਨਾਂ ਦੀ ਵੀ ਸੀਮਾ ਪਤਾ ਲੱਗ ਜਾਂਦੀ ਹੈ। ਜਿਵੇਂ ਇੱਕ ਦਫਾ ਕੁਝ ਦਿਨ ਪਹਿਲਾਂ ਜ਼ਿਕਰ ਕੀਤਾ ਸੀ ਕਿ ਜਦੋਂ ਅਜੇ ਸੁਰਤ ਹੇਠਲੇ ਮੰਡਲ 'ਤੇ ਹੈ, ਉਹ ਸਮਝਦੀ ਹੈ ਕਿ ਮੈਂ ਗੁਰੂ ਨੂੰ ਸੂਰਜ ਕਹਿ ਦੇਵਾਂਗੀ ਤਾਂ ਗੁਰੂ ਦੀ ਸ਼ਾਇਦ ਸਿਫਤ ਹੋ ਜਾਏਗੀ। ਪਰ ਜਦੋਂ ਉਹ ਸੁਰਤ ਨੂੰ ਗੁਰੂ ਉੱਚੀ ਕਰ ਦਿੰਦਾ ਅਤੇ ਉਸੇ ਸੁਰਤ ਨੂੰ ਸਮਝ ਆਉਂਦਾ ਹੈ ਕਿ ਸੂਰਜ ਤਾਂ ਦਿਨ ਦਿਨ ਘਟ ਰਿਹਾ ਹੈ, ਸੂਰਜ ਨੂੰ ਗ੍ਰਹਿਣ ਵੀ ਲੱਗਦਾ, ਸੂਰਜ ਨੂੰ ਬੱਦਲ ਢੱਕ ਵੀ ਲੈਂਦੇ ਹਨ ਅਤੇ ਸੂਰਜ ਇੱਕੋ ਸਮੇਂ ਸਾਰੇ ਥਾਵਾਂ 'ਤੇ ਪ੍ਰਕਾਸ਼ ਨਹੀਂ ਕਰਦਾ। ਫਿਰ ਜਦੋਂ ਸੁਰਤ ਉਚੇਰੀ ਹੋ ਜਾਂਦੀ, ਉਹਨੂੰ ਪਤਾ ਲੱਗਦਾ ਕਿ ਗੁਰੂ ਨੂੰ ਸੂਰਜ ਕਹਿ ਕੇ ਵੀ ਸਿਫਤ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਭੱਟ ਸਾਹਿਬਾਨਾਂ ਨੇ ਜਦੋਂ ਵਾਹਿਗੁਰੂ ਕਿਹਾ ਹੈ, ਇਹਦਾ ਭਾਵ ਹੈ ਕਿ ਗੁਰੂ ਰਾਮਦਾਸ ਸਾਹਿਬ ਜੀ ਦੀ ਸਿਫਤ ਕਿਸੇ ਵੀ ਨੁਕਤੇ ਤੋਂ, ਕਿਸੇ ਵੀ ਢੰਗ ਦੇ ਨਾਲ ਬਿਆਨ ਤੋਂ ਬਾਹਰ ਹੀ ਹੈ। ਬਸ ਉਹਨਾਂ ਦਾ ਨਾਮ ਲੈ ਕੇ ਨਿਹਾਲ ਹੋਇਆ ਜਾਵੇ, ਇਹੀ ਸਭ ਤੋਂ ਵੱਡੀ ਗੱਲ। ਇਸ ਕਰਕੇ ਜ਼ਿਕਰ ਕਰਦੇ ਹਨ ਰਾਮ ਨਾਮ ਪਰਮ ਧਾਮ, ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦਾ ਪ੍ਰਤੱਖ ਸਰੂਪ ਸ੍ਰਿਸ਼ਟੀ ਵਿੱਚ ਕਣ ਕਣ ਵਿੱਚ ਵਿਆਪਕ ਹੈ, ਪਰ ਆਪ ਜੀ ਨੇ ਨਾਮ ਦੇ ਕਰਕੇ ਹਰਿਮੰਦਰ ਦੇ ਰੂਪ ਵਿੱਚ ਆਪਣਾ ਪ੍ਰਕਾਸ਼ ਕੀਤਾ। ਇਸ ਕਰਕੇ ਉਹ ਤੁਹਾਡਾ ਪਰਮ ਧਾਮ ਹੈ। ਭਾਵ ਕਿ ਸ੍ਰਿਸ਼ਟੀ ਵਿੱਚ ਰਹਿੰਦਿਆਂ ਹੋਇਆਂ ਵੀ ਤੁਹਾਡੇ ਧਾਮ ਨੂੰ ਦੇਖ ਕੇ ਆਨੰਦ ਮਿਲਦਾ ਹੈ ਅਤੇ ਉਸੇ ਧਾਮ ਦੇ ਵਿੱਚ ਬੈਠ ਕੇ ਕੀਰਤਨ ਦੇ ਨਾਲ ਸੁਰਤ ਉੱਚੀ ਕਰਕੇ ਤੁਹਾਡੇ ਜਿਹੜਾ ਆਕਾਸ਼ ਦੇ ਵਿੱਚ ਸੱਚਖੰਡ ਆਪ ਜੀ ਦਾ ਨਿੱਜ ਨਿਵਾਸ ਹੈ, ਉਹਦੇ ਵਿੱਚ ਜੀਵ ਚਲੇ ਜਾਂਦੇ ਹਨ। ਇਸ ਕਰਕੇ ਆਖਦੇ ਨੇ ਰਾਮ ਕਰਕੇ ਨਾਮ ਦੁਆਰਾ ਹਰਿਮੰਦਰ ਦਾ ਪ੍ਰਕਾਸ਼ ਕੀਤਾ ਅਤੇ ਉਹੀ ਆਪ ਜੀ ਦਾ ਪਰਮ ਧਾਮ ਹੈ। ਪਰਮ ਧਾਮ ਦਾ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅਕਾਲ ਪੁਰਖ ਦੇ ਦਰ ਘਰ ਦਾ ਬਿਆਨ ਕੀਤਾ ਹੈ ਕਿ ਉੱਥੇ ਸਾਰੇ ਬੈਠ ਕੇ ਗਾ ਰਹੇ ਹਨ। ਇਸੇ ਤਰ੍ਹਾਂ ਆਖਦੇ ਨੇ ਆਪ ਜੀ ਨੇ ਐਸਾ ਆਪਣਾ ਪਰਮ ਧਾਮ ਬਣਾਇਆ ਹੈ ਜਿੱਥੇ ਹਰ ਵੇਲੇ ਅੰਮ੍ਰਿਤ ਦਾ ਪ੍ਰਵਾਹ ਚੱਲਦਾ ਹੈ ਅਤੇ ਜਿੱਥੇ ਬੈਠਣ ਦੇ ਨਾਲ ਮਨੁੱਖ ਦੇਵਤੇ ਹੋ ਜਾਂਦੇ ਹਨ ਅਤੇ ਦੇਵਤੇ ਹੋ ਕੇ ਉਹਨਾਂ ਦੇ ਜੀਵਨ ਦੇ ਵਿੱਚ ਗੁਣਾਂ ਦੀ ਭਰਪੂਰਤਾ ਹੋ ਜਾਂਦੀ। ਕਹਿੰਦੇ ਸੁੱਧ ਬੁੱਧ ਅਤੇ ਸਾਰਿਆਂ ਦੀ ਸੁੱਧ ਲੈ ਕੇ ਉਹਨਾਂ ਦੇ ਅੰਦਰ ਬੁੱਧ ਭਾਵ ਗਿਆਨ ਦਾ ਪਰਮ ਪ੍ਰਕਾਸ਼ ਕਰਦੇ ਹੋ। ਨਿਰੀਕਾਰ, ਤੁਹਾਡਾ ਸਰੂਪ ਨਿਰਾਕਾਰ ਹੈ, ਬੇਸ਼ੁਮਾਰ। ਕਿਸੇ ਵੀ ਨੁਕਤੇ ਤੋਂ, ਗੁਣਾਂ ਦੇ ਨੁਕਤੇ ਤੋਂ, ਕਿਰਪਾ ਦੇ ਨੁਕਤੇ ਤੋਂ, ਘੱਟ ਘੱਟ ਵਿਆਪਕ ਨੁਕਤੇ ਤੋਂ, ਬਿਰਧ ਪ੍ਰਤਪਾਲਕ ਦੇ ਨੁਕਤੇ ਤੋਂ, ਕਿਸੇ ਵੀ ਨੁਕਤੇ ਤੋਂ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਸਰੂਪ ਦੀ ਗਣਨਾ ਕਰੀਏ ਤਾਂ ਵੀ ਤੁਹਾਡਾ ਸਰੂਪ ਬੇਸ਼ੁਮਾਰ ਲੱਗਦਾ ਹੈ। ਸਰਬਰ ਕਉ ਕਾਹੇ ਜੀਓ, ਕਿਸ ਢੰਗ ਦੇ ਨਾਲ ਤੁਹਾਡੇ ਸਰੂਪ ਨੂੰ ਕਥਿਆ ਜਾਵੇ। ਸੁਥਰ ਚਿੱਤ ਭਗਤ ਹਿਤ ਭੇਖ ਧਰਿਓ, ਹਰਨਾਖ ਸਹਰਿਓ ਨਖ ਬਿਦਾਰ ਜੀਓ। ਅਤੇ ਜਿਨ੍ਹਾਂ ਦੇ ਚਿੱਤ ਸੁਥਰੇ ਹੋ ਗਏ ਹਨ, ਜਿਨ੍ਹਾਂ ਦੇ ਚਿੱਤ ਅਡੋਲ ਅਤੇ ਸਾਫ ਸੁਥਰੇ ਹੋ ਗਏ ਹਨ ਅਤੇ ਉਹਨਾਂ ਦੇ ਹਿਰਦੇ ਅੰਦਰ ਆਪ ਜੀ ਦੇ ਸਰੂਪ ਦੀ ਭਗਤੀ ਬਣ ਗਈ ਹੈ। ਕਹਿੰਦੇ ਫਿਰ ਆਪਣੇ ਭਗਤ ਸਰੂਪ ਦੀ ਰੱਖਿਆ ਕਰਨ ਦੇ ਲਈ ਜਿਵੇਂ ਹਰਨਾਖਸ਼ ਹਰਿਓ, ਅਤੇ ਹਰਨਾਖਸ਼ ਦਾ ਉਧਾਰ ਕਰਨ ਦੇ ਲਈ ਆਪ ਜੀ ਨੇ ਨਰਸਿੰਘ ਰੂਪ ਧਰਿਆ ਸੀ ਅਤੇ ਉਹਦਾ ਸੰਘਾਰ ਕਰਕੇ ਉਹਦਾ ਨਾਸ਼ ਕੀਤਾ ਸੀ। ਇਸ ਕਰਕੇ ਜਿਹੜੇ ਚਿੱਤ ਦੇ ਵਿੱਚ ਆਪ ਜੀ ਦੇ ਸਰੂਪ ਦਾ ਨਿਸ਼ਚਾ ਵੱਜ ਗਿਆ ਹੈ, ਫਿਰ ਆਪ ਜੀ ਉਹਨਾਂ ਨੂੰ ਮਾਇਆ ਦੇ ਸਗਲ ਪ੍ਰਭਾਵ ਤੋਂ ਬਚਾਉਣ ਦੇ ਲਈ, ਕਿਉਂਕਿ ਹਰਨਾਖਸ਼ ਦਾ ਰੂਪਕ ਵਰਤਿਆ ਅਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਇਕੱਲਾ ਰੂਪਕ ਹੈ। ਜਿਵੇਂ ਹਰਨਾਖਸ਼ ਨੇ ਕਿਹਾ ਸੀ ਕਿ ਕਿਵੇਂ ਨਹੀਂ ਸੀ ਮਾਰਿਆ ਜਾ ਸਕਦਾ, ਕਿ ਨਾ ਮੈਂ ਅੰਦਰ ਮਰਾਂ, ਨਾ ਬਾਹਰ, ਨਾ ਧਰਤੀ ਆਕਾਸ਼, ਨਾ ਬੰਦੇ, ਨਾ ਜਾਨਵਰ ਦੇ ਹੱਥੋਂ। ਅਤੇ ਭੱਟ ਸਾਹਿਬਾਨਾਂ ਦੇ ਹਰਨਾਖਸ਼ ਹਰਿਓ ਦੇ ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਮਾਇਆ ਹੈ ਨਾ ਸਾਨੂੰ ਕਦੇ ਅੰਦਰੂਨੀ ਰੂਪ ਦੇ ਵਿੱਚ ਛੱਡਦੀ ਹੈ, ਨਾ ਬਾਹਰੋਂ ਛੱਡਦੀ ਹੈ। ਜੇ ਆਕਾਸ਼ ਵਿੱਚ ਵੀ ਚਲੀ ਜਾਈਏ ਮਾਇਆ ਉੱਥੇ ਵੀ ਵਿਆਪਦੀ ਹੈ। ਇਸ ਕਰਕੇ ਕਹਿੰਦੇ ਆਪ ਜੀ ਮਾਇਆ ਰੂਪ ਹਰਨਾਖਸ਼ ਨੂੰ ਆਪਣੀਆਂ ਨੌਂਦਰਾਂ ਦੇ ਨਾਲ ਪਾੜ ਕੇ ਅਤੇ ਉਹਦਾ ਪੂਰੀ ਤਰ੍ਹਾਂ ਨਾਸ਼ ਕਰ ਦਿੰਦੇ ਹੋ। ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਸ਼ਦਮ, ਅਪਰੰਪਰ ਪਾਰ ਬ੍ਰਹਮ ਲਖੈ ਕੌਣ ਤਾਹੇ ਜੀਓ। ਅਤੇ ਸੰਖ ਭਾਵ ਕਿ ਜਿਵੇਂ ਹੁਣ ਵਿਸ਼ਨੂੰ ਜੀ ਨੇ ਸਾਰੇ ਪ੍ਰਤੀਕ ਧਾਰਨ ਕੀਤੇ ਹਨ, ਉਹਨਾਂ ਦੇ ਹੱਥ ਵਿੱਚ ਸੰਖ ਵੀ ਹੈ, ਚੱਕਰ ਵੀ ਹੈ। ਗਦਾ ਦਾ ਭਾਵ ਜਿਹਨੂੰ ਗੁਰਜ ਆਦਿਕ ਆਖਦੇ ਹਨ,
ਪਦਮ ਦਾ ਭਾਵ ਕਿ ਉਹ ਸਾਰੇ ਨਿਸ਼ਾਨ, ਕਹਿੰਦੇ ਇਹ ਜਿਹੜੇ ਸਾਰੇ ਨਿਸ਼ਾਨ ਵੀ ਆਪ ਜੀ ਨੇ ਧਾਰਨ ਕੀਤੇ ਹਨ। ਸੰਖ ਦਾ ਭਾਵ ਹੈ ਕਿ ਆਪ ਜੀ ਦੇ ਸਰੂਪ ਤੋਂ ਜਦੋਂ ਭਗਤੀ ਦਾ ਨਾਦ ਪੂਰਿਆ ਜਾਂਦਾ ਤੇ ਫਿਰ ਸਾਰਿਆਂ ਦੇ ਮਨਾਂ ਅੰਦਰ ਭਗਤੀ ਦਾ ਨਾਦ ਉੱਠ ਜਾਂਦਾ ਹੈ। ਚੱਕਰ ਦਾ ਭਾਵ ਕਿ ਜਦੋਂ ਆਪ ਜੀ ਆਪਣੀ ਕਿਰਪਾ ਦਾ ਚੱਕਰ ਫੈਲਾਉਂਦੇ ਹੋ ਫਿਰ ਸੰਸਾਰ ਦੇ ਵਿੱਚ ਮਨਮੁਖਤਾ ਬਾਕੀ ਨਹੀਂ ਰਹਿੰਦੀ। ਜਿਹਦੇ ਉੱਪਰ ਆਪ ਜੀ ਨੇ ਆਪਣੀ ਕਿਰਪਾ ਰੂਪ ਚੱਕਰ ਚਲਾ ਦਿੱਤਾ ਫਿਰ ਉਹ ਅਗਿਆਨ ਵਾਲਾ ਨਹੀਂ ਰਹਿੰਦਾ। ਗਦਾ ਪਦਮ ਜਿਵੇਂ ਗੁਰਜ ਦੇ ਵਾਰ ਨਾਲ ਸਿਰ ਫਿਆਂ ਜਾਂਦਾ ਹੈ, ਜਦੋਂ ਆਪ ਜੀ ਦੇ ਗਿਆਨ ਦਾ ਪ੍ਰਹਾਰ ਕਿਸੇ ਉੱਪਰ ਹੋ ਜਾਂਦਾ ਹੈ ਤੇ ਫਿਰ ਉਹਦੇ ਅੰਦਰ ਦੀ ਸਾਰੀ ਦੁਰਮਤ ਨਾਸ ਹੋ ਜਾਂਦੀ। ਇਸ ਕਰਕੇ ਆਪ ਕੀਓ ਸ਼ਦਮ, ਕਿ ਆਪ ਹੀ ਸਾਰੀ ਕਿਰਪਾ ਨੂੰ ਵਰਤਾਉਣ ਵਾਲੇ ਹੋ। ਪਾਰ ਬ੍ਰਹਮ ਲਖੈ ਕੌਣ ਤਾਹੇ ਜੀਓ, ਕਿਹੜਾ ਹੈ ਜਿਹੜਾ ਆਪ ਜੀ ਦੀ ਸਰੂਪ ਦੀ ਸਿਫਤ। ਇਹ ਭੱਟ ਸਾਹਿਬਾਨਾਂ ਨੇ ਤਾਂ ਕਿਹਾ ਹੈ ਕਿ ਜਿਵੇਂ ਵਿਸ਼ਨੂੰ ਜੀ ਹਨ, ਉਹਨਾਂ ਦੇ 24 ਅਵਤਾਰਾਂ ਦੀ ਕਥਾ ਜਿਹੜੀ ਹੈ ਵਿਸ਼ਨੂੰ ਪੁਰਾਣ ਦੇ ਵਿੱਚ ਲਿਖੀ ਹੈ। ਬ੍ਰਹਮਾ ਜੀ ਦੇ 7 ਅਵਤਾਰ ਮੰਨ ਕੇ ਉਹਨਾਂ 7 ਅਵਤਾਰਾਂ ਦੀ ਕਥਾ ਲਿਖੀ ਹੈ ਤੇ ਮੰਨਦੇ ਹਨ ਕਿ ਸੰਪੂਰਨ ਹੈ। ਪਰ ਭੱਟ ਸਾਹਿਬਾਨ ਆਖਦੇ ਹਨ ਜੇ ਇੰਨੇ ਰੂਪ ਦੇ ਵਿੱਚ ਵੀ ਗੁਰੂ ਦੀ ਸਿਫਤ ਕਥ ਦਿੱਤੀ ਜਾਵੇ, ਲਖੈ ਕੌਣ ਤਾਹੇ ਜੀਓ, ਇਹ ਤਾਂ ਉਨੀ ਹੈ ਕਿ ਜਿੰਨਾ ਹੁਣ ਜਿਵੇਂ ਕੋਈ ਮਨੁੱਖ ਜਿੰਨਾ ਕੁ ਸਾਡੇ ਸਾਹਮਣੇ ਕੋਈ ਕੰਮ ਕਰੇ, ਕੇਵਲ ਇੰਨਾ ਥੋੜ੍ਹਾ ਕਿ ਉਹਦੀ ਸਮਰੱਥਾ ਇੰਨੀ ਕੀ ਹੈ। ਜਿਵੇਂ ਕਿਸੇ ਜਾਦੂਗਰ ਨੇ ਜਾਂ ਕਿਸੇ ਨੇ ਵੀ 5-7 ਮਿੰਟ ਦੇ ਵਿੱਚ ਆਪਣੀ ਕੋਈ ਕਲਾ ਵਿਖਾ ਦਿੱਤੀ, ਉਹਨੂੰ ਉਹਦੇ ਕੋਲ ਸਮੇਂ ਦੀ ਸੀਮਾ ਸੀ। ਇਸ ਕਰਕੇ ਉਹ ਥੋੜ੍ਹਾ ਕਿ ਜਿੰਨੇ ਕੁ ਸਮੇਂ ਦੇ ਵਿੱਚ ਉਹਨੇ ਆਪਣਾ ਕੋਈ ਕੌਤਕ ਦਿਖਾ ਦਿੱਤਾ ਇਹ ਇੰਨਾ ਕੁ ਹੀ ਹੈ। ਹੋ ਸਕਦਾ ਜਿਵੇਂ ਹੁਣ ਕਿਸੇ ਜਿਵੇਂ ਹੀਰੇ ਆਦਿਕ ਵਰਗੀ ਧਾਤ ਹੁੰਦੀ ਹੈ, ਉਹਦਾ ਇੱਕ ਛੋਟਾ ਹਿੱਸਾ ਉਹਦੇ ਵਿੱਚੋਂ ਕੱਟ ਕੇ ਅੰਗੂਠੀ ਵਿੱਚ ਜੜ ਲਿਆ ਜਾਂਦਾ ਹੈ, ਉਹਦੇ ਨਾਲ ਉਹਦੀ ਕੀਮਤ ਉਹਦੀ ਸੀਮਾ ਹੋ ਜਾਂਦੀ ਹੈ। ਪਰ ਇਹਦਾ ਭਾਵ ਨਹੀਂ ਕਿ ਜਿਹੜਾ ਹੀਰਾ ਉਹ ਇੰਨੀ ਕੁ ਕੀਮਤ ਵਾਲਾ ਹੁੰਦਾ ਹੈ, ਉਹ ਬੇਅੰਤ ਹੁੰਦਾ। ਇਸ ਕਰਕੇ ਭੱਟ ਸਾਹਿਬਾਨ ਦੀ ਆਖਦੇ ਹਨ ਗੱਲ ਕੇਵਲ ਇੰਨੀ ਕਿ ਨਹੀਂ ਕਿ ਗੁਰੂ ਰਾਮਦਾਸ ਸਾਹਿਬ ਜੀ ਜਦੋਂ ਆਪ ਜੀ ਨੇ ਸਰਗੁਣ ਰੂਪ ਧਾਰਨ ਕੀਤਾ ਤੇ ਇਹਦਾ ਭਾਵ ਨਹੀਂ ਕਿ ਤੁਹਾਡੀ ਕੋਈ ਸੀਮਾ ਬਣ ਗਈ। ਇਹਦਾ ਭਾਵ ਇਹ ਨਹੀਂ ਕਿ ਜਿੰਨੀ ਕੁ ਕਿਰਪਾ ਤੁਸੀਂ ਸਰਗੁਣ ਰੂਪ ਦੇ ਵਿੱਚ ਰਹਿ ਕੇ ਸੰਸਾਰ 'ਤੇ ਕਰ ਦਿੱਤੀ, ਕੇਵਲ ਇੰਨੀ ਕੁ ਕਿਰਪਾ ਹੈ। ਕਹਿੰਦੇ ਇਸ ਤੋਂ ਪਰਾਂ ਵੀ ਆਪ ਦੀ ਕਿਰਪਾ ਦਾ ਥਾ ਪ੍ਰਕਾਸ਼ ਹੈ। ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ, ਵਾਹਿਗੁਰੂ 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 ਵਾਹਿ ਜੀਓ। ਇਸ ਕਰਕੇ ਭੱਟ ਸਾਹਿਬਾਨ ਜੀ ਆਖਦੇ ਨੇ ਗੁਰੂ ਰਾਮਦਾਸ ਸਾਹਿਬ ਜੀ ਆਪ ਦਾ ਸਰੂਪ ਸਤ ਸਦੀਵ ਹੈ। ਸੱਚ ਭਾਵ ਕਿ ਹਰੇਕ ਯੁੱਗ ਵਿੱਚ ਰਹਿਣ ਵਾਲਾ ਹੈ। ਆਪ ਜੀ ਦਾ ਨਿਵਾਸ ਅਟਲ ਹੈ। ਆਦਿ ਪੁਰਖ ਆਦਿ ਯੁੱਗ ਤੋਂ ਸ੍ਰਿਸ਼ਟੀ ਦੇ ਮੱਧ ਵਿੱਚ ਬਾਹਰ ਸਭ ਪਾਸੇ ਵਿਆਪਕ ਹੋ। ਇਸ ਕਰਕੇ ਸਦਾ ਤੂੰ ਹੀ ਭਾਵ ਕਿ ਹਰੇਕ ਯੁੱਗ ਦੇ ਵਿੱਚ ਮਾਲਕ ਆਪ ਜੀ ਹੀ ਰਹਿੰਦੇ ਹੋ। ਇਸ ਕਰਕੇ ਵਾਹਿਗੁਰੂ ਭਾਵ ਕਿ ਤੁਹਾਡਾ ਸਰੂਪ ਅਚਰਜ ਹੈ। ਵਾਹਿਗੁਰੂ ਤੁਹਾਡਾ ਸਰੂਪ ਅਦਭੁਤ ਹੈ। ਵਾਹਿਗੁਰੂ ਤੁਹਾਡਾ ਸਰੂਪ ਅਨੂਠਾ ਭਾਵ ਲਾ ਮਿਸਾਲ ਹੈ। ਵਾਹਿ ਜੀਓ। ਇਸ ਤਰ੍ਹਾਂ ਭੱਟ ਸਾਹਿਬਾਨ ਜੀ ਗੁਰੂ ਸਰੂਪ ਨੂੰ 3-3 ਦਫਾ, ਅੱਗੇ ਵੀ ਬਹੁਤ ਦਫਾ ਜ਼ਿਕਰ ਕੀਤਾ ਹੈ ਕਿ ਜਦੋਂ ਵੀ ਕਿਸੇ ਤਰੀਕੇ ਨਾਲ ਸਾਨੂੰ ਲੱਗਦਾ ਕਿ ਜਿਵੇਂ ਅਸੀਂ 10 ਵਾਰੀ ਵਾਹਿਗੁਰੂ ਕਹਿ ਲੈਂਦੇ ਹਾਂ, 50 ਵਾਰੀ ਕਹਿ ਲੈਂਦੇ ਹਾਂ, ਅਤੇ ਉਹ ਸਾਨੂੰ ਤਾਂ ਉਹਦਾ ਕੋਈ ਅਰਥ ਪਤਾ ਨਹੀਂ ਹੈ। ਪਰ ਭੱਟ ਸਾਹਿਬਾਨ ਜੇ 3 ਦਫਾ ਵਾਹਿਗੁਰੂ ਕਹਿ ਰਹੇ ਹਨ ਅਤੇ ਜਿਵੇਂ ਹੁਣ ਆਹ ਸਮੁੱਚਾ ਬ੍ਰਹਿਮੰਡ ਕਿਵੇਂ ਬਣਦਾ ਹੈ ਕਿ ਆਕਾਸ਼, ਸ੍ਰਿਸ਼ਟੀ ਅਤੇ ਪਤਾਲ, ਕਿ ਗੁਰੂ ਸਰੂਪ ਦੀ ਸਿਫਤ ਇਹਨਾਂ 3 ਥਾਵਾਂ 'ਤੇ ਸਮਾਈ ਹੋਈ ਹੈ। ਅਤੇ ਜੇ ਇਹਨਾਂ 3 ਥਾਵਾਂ 'ਤੇ ਗੁਰੂ ਦੇ ਸਰੂਪ ਨੂੰ ਬੁੱਝ ਕੇ ਉਹਦੀ ਸਿਫਤ ਵੀ ਕਰੋਗੇ ਤਾਂ ਵੀ ਉਹਦਾ ਕੋਈ ਕਥਨ ਨਹੀਂ ਆਏਗਾ। ਅੰਤ ਨੂੰ ਵਾਹੇ ਹੀ ਕਹਿਣਾ ਪਏਗਾ। ਭਾਵ ਕਿ ਤੂੰ ਬੇਅੰਤ ਹੈ, ਅਗਾਹ ਹੈ, ਅਗੰਮ ਅਗੋਚਰ ਹੈ। ਇਸ ਤਰ੍ਹਾਂ ਭੱਟ ਸਾਹਿਬਾਨ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਅਕਥ ਅਗੋਚਰ ਸਰੂਪ ਦੀ ਸਿਫਤ ਕੱਥ ਕੇ ਸਾਨੂੰ ਨਿਵਾਜਿਸ਼ ਕਰਦੇ ਹਨ। ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਗੁਰੂ ਕੇ ਸ਼ਬਦ ਦਾ, ਗੁਰੂ ਕੀ ਸਿਫਤ ਦਾ, ਗੁਰੂ ਕੀ ਭਾਵਨਾ ਦਾ ਇੰਨਾ ਪ੍ਰਕਾਸ਼ ਹੋ ਜਾਵੇ ਕਿ ਵਾਹਿਗੁਰੂ ਪਦ ਦੀ ਵਿਸਮਾਦੀ ਅਵਸਥਾ ਸਾਰਿਆਂ ਨੂੰ ਪ੍ਰਾਪਤ ਹੋਵੇ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦਾ ਯਤਨ ਆਪਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ